जो मौजूदा विधायक है सुरिंदर डावर उसनूं लैके की तुहाडे हैगे आ बयान ते नाल दी नाल ही विकास कार्यां नूं लैके इस तरह दा आ कैमरे ते दिखाना चाहना जी ਉਹਨਾਂ ਦੇ ਜਦੋਂ ਉਹ ਘਰ ਘਰ ਵੋਟ ਮੰਗਣ ਗਏ ਤਾਂ ਸੀਵਰੇਜ ਦਾ ਪਾਣੀ ਗਲੀ ਦੇ ਵਿੱਚ ਤੈਰ ਰਿਹਾ ਸੀ ਤੇ ਲੋਕਾਂ ਦੀ ਥੜੀਆਂ ਤੇ ਚੜ ਕੇ ਉਹਨਾਂ ਨੇ ਗਲੀ ਪਾਰ ਕੀਤੀ। ਕੀ ਮੰਨਦੇ ਹੋ ਕਿ ਕਾਂਗਰਸ ਦੇ ਵੱਲੋਂ ਹਾਲੇ ਤੱਕ ਕੋਈ ਪਹੁੰਚਿਆ ਕਿਉਂ ਨਹੀਂ? ਕਾਰਨ ਕੀ ਮੰਨਦੇ ਹੋ? ਦੇਖੋ ਉਹ ਡਰੇ ਹੋਏ ਨੇ, ਉਹਨਾਂ ਨੇ ਕੰਮ ਨਹੀਂ ਕੀਤਾ, ਲੋਕਾਂ ਦੇ ਸਾਹਮਣੇ ਨਹੀਂ ਆ ਸਕਦੇ, ਬੇਸ਼ਰਮ ਹੋਏ ਨੇ। ਉਹਨਾਂ ਨੂੰ ਪਤਾ ਵੀ ਇਹ ਲੋਕ ਫਤਵਾ ਸਾਡੇ ਖਿਲਾਫ ਦੇਣਗੇ। ਵਿਕਾਸ ਹੋਇਆ ਸੈਂਟਰ ਹਲਕੇ ਦਾ, ਵਿਕਾਸ ਮੰਨਦੇ ਹੋਇਆ ਕਿ ਨਹੀਂ ਹੋਇਆ? ਕੀ ਹੋਇਆ ਕੀ ਹੈ ਇੱਥੇ? ਦੇਖੋ ਤੁਸੀਂ ਬਾਹਰ ਨਿਕਲੋ, ਪਹਿਲਾਂ ਤਾਂ ਇੱਥੇ ਮੌਜੂਦਗੀ ਕਿੱਥੇ ਆ ਕਾਂਗਰਸ ਦੀ? ਉਹ ਜਵਾਬ ਦੇਣ ਲਈ ਕਿੱਥੇ ਨੇ? ਉਹ ਇਹਨਾਂ ਨੂੰ ਇੰਨਾ ਪੁੱਛ ਲਓ ਵੀ ਕੇਜਰੀਵਾਲ ਸਾਹਿਬ ਜਦੋਂ ਆਪ ਬਿਮਾਰ ਹੋਏ ਸੀ, ਜਦੋਂ ਉਹਨਾਂ ਦੇ ਫੈਮਿਲੀ ਵਾਲੇ ਸਾਰੇ ਕਰੋਨਾ ਦੇ ਨਾਲ ਪੀੜਿਤ ਹੋਏ ਸੀ, ਤੇ ਜੇ ਦਿੱਲੀ ਦੀ ਡਿਸਪੈਂਸਰੀਆਂ ਇੰਨੀਆਂ ਵਧੀਆ ਸੀ, ਮੁਹੱਲਾ ਕਲੀਨਿਕ ਜਾਂ ਉੱਥੇ ਦੇ ਵਿੱਚ ਮੈਡੀਕਲ ਫੈਸਿਲਿਟੀ ਇੰਨੀ ਸੀ, ਉਹਨਾਂ ਨੂੰ ਕੀ ਲੋੜ ਪੈ ਗਈ ਸੀ ਵਿਧਾਨਤਾ ਦੇ ਵਿੱਚ ਇਲਾਜ ਕਰਾਉਣ ਦਾ? ਜਿਹੜਾ ਐਲਾਨਜੀਤ ਮੁੱਖ ਮੰਤਰੀ ਇਹਨਾਂ ਨੇ ਘੋਸ਼ਿਤ ਕਰਤਾ, ਕਾਂਗਰਸ ਕੋਈ ਬਰਦਾਸ਼ਤ ਨਹੀਂ ਹੋਇਆ। ਉਹ ਕਹਿੰਦੇ ਅਸੀਂ ਇੰਨੇ ਐਲਾਨ ਕਰਤੇ, ਅੱਜ ਸਾਡਾ ਇੱਥੇ ਆ ਕੇ ਜਲੂਸ ਨਿਕਲ ਜਾਣਾ ਹੈ, ਤਾਂ ਕਰਕੇ ਉਹ ਇੱਥੇ ਨਹੀਂ ਆਏ। ਉਹਨਾਂ ਨੂੰ ਸ਼ਰਮ ਆ ਰਹੀ ਹੈ, ਕਹਿੰਦੇ ਅਸੀਂ ਐਲਾਨਜੀਤ ਮੁੱਖ ਮੰਤਰੀ ਘੋਸ਼ਿਤ ਕਰਤਾ ਤੇ ਇੱਥੇ ਆ ਕੇ ਲੋਕਾਂ ਦਾ ਸਾਹਮਣਾ ਕਿੱਦਾਂ ਕਰਾਂ? ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕਿਉਂ ਖੜੇ ਲੰਮੀ ਤੋਂ ਤੇ ਨਾਲ ਦੀ ਨਾਲ ਹੀ ਉਹ ਕਹਿੰਦੇ ਆ ਕਿ ਹੁਣ ਉਹਨਾਂ ਦਾ ਤਾਂ ਆਰਾਮ ਕਰਨ ਦਾ ਸਮਾਂ ਸੀ। 750 ਕਿਸਾਨਾਂ ਨੂੰ ਮਾਰ ਕੇ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। 750 ਕਿਸਾਨ ਜਦੋਂ ਮਰਦੇ ਸੀ, ਠੰਡ ਵਿੱਚ ਮਰਦੇ ਸੀ, ਮੀਂਹਾਂ 'ਚ ਮਰਦੇ ਸੀ, ਉਸ ਵੇਲੇ ਇਹਨਾਂ ਨੂੰ ਯਾਦ ਨਹੀਂ ਆਈ ਕਿ ਉੱਥੇ ਰਾਜਨੀਤਿਕ ਲੋਕ ਬੈਠੇ ਆ। ਜੇ ਕਿਉਂ ਉੱਥੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ? ਉੱਥੇ ਕਿਸੇ ਪਾਰਟੀ ਦੇ ਨੁਮਾਇੰਦੇ, ਜੇ ਕੋਈ ਅਕਾਲੀ ਦਲ ਵਾਲਾ ਜਾਂਦਾ ਸੀ ਤਾਂ ਕਿਸਾਨ ਭਜਾ ਦਿੰਦੇ ਸੀ, ਤਾਂ ਜੇ ਕੋਈ ਕਾਂਗਰਸ ਵਾਲਾ ਜਾਂਦਾ ਸੀ ਜਾਂ ਕੋਈ ਵੀ ਜਾਂਦਾ ਸੀ, ਕਿਉਂ? ਕਿਉਂਕਿ ਉਹ ਆਪ ਸੱਤਾ ਦਾ ਜਿਹੜਾ ਨਸ਼ਾ ਭੋਗਣਾ ਚਾਹੁੰਦੇ ਸੀ। ਉਹ ਗੱਲ ਪ੍ਰਤੱਖ ਤੁਹਾਡੇ ਸਾਹਮਣੇ ਜਿਹੜੀ ਉਹ ਜੱਗ ਜ਼ਾਹਰ ਹੋ ਚੁੱਕੀ। ਆਮ ਆਦਮੀ ਪਾਰਟੀ ਤਾਂ ਕਹਿੰਦੇ ਕਿ ਵਧੀਆ ਆਮ ਲੋਕਾਂ ਦੀ ਆਮ ਜਿਹੜੀ ਜ਼ਮੀਨੀ ਪੱਧਰ ਚੱਕਦੇ ਆ, ਜਿਵੇਂ ਤੂੰ ਆਪਣੇ ਚੱਕਿਆ ਸੰਗਰੂਰ ਤੋਂ, ਇਹ ਕਹਿੰਦੇ ਕਰੋੜਾਂ ਰੁਪਏ ਖਾ ਗਏ। ਦਿੱਲੀ ਹਿੰਦੁਸਤਾਨ ਦਾ ਪਹਿਲਾ ਸੂਬਾ ਸੀ ਜਿਹਨੇ ਤਿੰਨੇ ਕਾਲੇ ਕਾਨੂੰਨਾਂ ਨੂੰ ਲਾਗੂ ਕੀਤਾ। ਠੀਕ ਹੈ ਜੀ, ਤੁਸੀਂ ਕਰਦੇ ਹੋ ਪੰਜਾਬ ਦੀ ਗੱਲ। ਕੇਜਰੀਵਾਲ, ਤੁਸੀਂ ਅਗਰ ਕਿਤੇ ਵੀ ਬੋਰਡ ਦੇਖ ਲਓ, ਉੱਥੇ ਲਿਖਿਆ ਹੋਇਆ ਕੇਜਰੀਵਾਲ ਦੀ ਗਰੰਟੀ। ਕੀ ਉਹਨੂੰ ਪੰਜਾਬੀਆਂ ਤੇ ਯਕੀਨ ਨਹੀਂ? ਕੀ ਉਹਨੂੰ ਭਗਵੰਤ ਮਾਨ ਤੇ ਯਕੀਨ ਨਹੀਂ? ਕੀ ਉਹ ਪੰਜਾਬ ਦੇ ਵਿੱਚ ਇੱਕ ਲੀਡਰ ਨਹੀਂ ਲੱਭ ਸਕਿਆ ਜਿਹੜਾ ਚਿਹਰਾ ਬਣ ਸਕੇ ਤੇ ਜਿਹੜਾ ਗਰੰਟੀ ਲਵੇ? 10 ਮਾਰਚ ਨੂੰ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਦੇ ਹੱਕ ਜਾਊਗਾ ਔਰ ਕਲੀਅਰ ਮੈਜੋਰਟੀ ਨਾਲ ਭਗਵੰਤ ਮਾਨ ਜੀ ਸਰਕਾਰ ਨੂੰ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵਿਚਾਰਧਾਰਾ ਸਾਰੀ ਇਹ ਵਿਚਾਰਧਾਰਾ ਤਾਂ ਹੈਗੀ ਹੈ ਜੀ, ਬੋਲੀਆਂ ਲਾਉਂਦੇ ਆ 2 ਕਰੋੜ 4 ਕਰੋੜ 6 ਕਰੋੜ, ਜਿਹਦੀ ਬੋਲੀ ਵੱਧ ਉਹਨੂੰ ਟਿਕਟ ਮਿਲ ਜਾਂਦੀ ਹੈ। ਇਹ ਤਾਂ ਇਹਨਾਂ ਦੀ ਵਿਚਾਰਧਾਰਾ। ਇਹਨਾਂ ਕੋਲ ਵਿਜ਼ਨ ਕੀ ਹੈ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ SMZ ਨਿਊਜ਼। ਮੈਂ ਹਾਂ ਨਰਿੰਦਰ ਕਲੇਰ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਬੁਖਾਰ ਸਿਖਰਾਂ ਤੇ ਹੈ। ਜਿਸ ਤਰ੍ਹਾਂ ਬੀਤੇ ਦਿਨ ਕਾਂਗਰਸ ਦੇ ਵੱਲੋਂ ਵੱਡੇ ਪੱਧਰ ਤੇ ਹਾਈਪ ਲਿਜਾ ਕੇ ਮੁੱਖ ਮੰਤਰੀ ਦਾ ਕਾਂਗਰਸ ਦੇ ਵੱਲੋਂ ਉਮੀਦਵਾਰ ਦਾ ਚਿਹਰਾ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਲੜਾਈ ਦੇ ਵਿੱਚ ਹੁਣ ਇੱਕ ਅਗਲਾ ਪਹਿਲ ਕਦਮੀ ਕਰ ਲਈ ਹੈ। ਪਰ ਇਸ ਸਭ ਦੇ ਵਿੱਚ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਹਲਕਾ ਸੈਂਟਰ ਦੇ ਵਿੱਚ, ਜਿੱਥੇ ਲਗਾਤਾਰ ਕਾਂਗਰਸ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ, ਪਰ ਇੱਥੇ ਅੱਜ ਕੁਝ ਅਲੱਗ ਦੇਖਣ ਨੂੰ ਮਿਲਦਾ ਪਿਆ ਹੈ। ਕਿਉਂਕਿ ਮੇਰੇ ਨਾਲ ਅੱਜ ਹਰੇਕ ਪਾਰਟੀ ਦੇ ਪ੍ਰਵਕਤਾ ਬੁਲਾਰੇ ਖੜੇ ਨੇ। ਉਹ ਬੀਜੇਪੀ ਦੀ ਗੱਲ ਕੀਤੀ ਜਾਵੇ, ਉਹ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਪਰ ਇੱਥੇ ਦੇਖਣ ਨੂੰ ਮਿਲਿਆ ਹੈ ਕਿ ਮੌਜੂਦਾ ਵਿਧਾਇਕ ਦਾ ਕੋਈ ਵੀ ਮੈਂਬਰ ਨਹੀਂ ਪਹੁੰਚਿਆ। ਕਾਰਨ ਕੀ ਹੈ? ਉਹ ਵਿਕਾਸ ਕਾਰਜਾਂ ਨੂੰ ਲੈ ਕੇ ਕਾਰਨ ਹੈ ਜਾਂ ਕਿ ਉਹ ਬਿਜ਼ੀ ਹੈ? ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਲਕਾ ਸੈਂਟਰ ਦੇ ਵਿੱਚ ਕਾਂਗਰਸ ਦੇ ਵੱਲੋਂ ਸੁਰਿੰਦਰ ਡਾਵਰ, ਬੀਜੇਪੀ ਦੇ ਵੱਲੋਂ ਗੁਰਦੇਵ ਦੇਬੀ ਜੀ ਤੇ ਅਕਾਲੀ ਦਲ ਦੇ ਵੱਲੋਂ ਪ੍ਰਿਤਪਾਲ ਸਿੰਘ ਤੇ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੱਪੀ ਪ੍ਰੇਸ਼ਰ ਦੀ ਹੈਗੇ ਨੇ। ਗੱਲਬਾਤ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੀਜੇਪੀ ਦੇ ਵੱਲੋਂ, ਕਿਉਂਕਿ ਨਵੀਂ ਪਾਰਟੀ ਹੈ, ਅਕਾਲੀ ਦਲ ਤੋਂ ਵੱਖ ਹੋ ਗਏ ਨੇ। ਕਿਸ ਤਰ੍ਹਾਂ ਦੇ ਹਾਲਾਤ ਹੈ ਹਲਕੇ ਦੇ? ਕਿੰਨਾ ਕੁ ਵਿਕਾਸ ਕਾਰਜ ਹੋਇਆ? ਸਰ, ਜਿੱਥੇ ਤੱਕ ਸਭ ਤੋਂ ਪਹਿਲਾਂ ਤਾਂ SMZ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਤੁਹਾਡਾ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੀ ਗੱਲ ਹੈ, ਜਨਤਾ ਦੀ ਆਵਾਜ਼ ਹੈ, ਬੁਲਾਰਿਆਂ ਦੀ ਆਵਾਜ਼ ਹੈ, ਤੁਸੀਂ ਜਿਹੜੀ ਜਨਤਕ ਕਰਦੇ ਹੋ। ਜਿੱਥੇ ਤੱਕ ਤੁਸੀਂ ਕਲੀਅਰ ਸਾਹਿਬ ਗੱਲ ਕੀਤੀ ਹੈ ਵਿਕਾਸ ਕਾਰਜਾਂ ਦੀ, ਜੇ ਅਗਰ ਵਿਕਾਸ ਕਾਰਜ ਕੀਤੇ ਹੁੰਦੇ ਤਾਂ ਕੋਈ ਨਾ ਕੋਈ ਉਹਨਾਂ ਦਾ ਬੁਲਾਰਾ ਇੱਥੇ ਖੜਾ ਹੁੰਦਾ ਤੇ ਇੱਥੇ ਦੱਸਦਾ ਵੀ ਅਸੀਂ ਕੀ ਵਿਕਾਸ ਕੀਤਾ ਆ। ਕਿਉਂਕਿ ਸੈਂਟਰ ਹਲਕੇ ਦੀ ਜੇ ਗੱਲ ਕਰ ਲਈਏ, ਸੈਂਟਰ ਹਲਕਾ ਸੁਰਿੰਦਰ ਡਾਵਰ ਨੇ MLA ਜਿਹੜਾ ਮੌਜੂਦਾ ਆ, ਉਹਨੇ ਡਬੋ ਦਿੱਤਾ ਆ। ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਦਾ, ਨਾਲੀਆਂ ਦਾ, ਸੜਕਾਂ ਦਾ, ਕਿਉਂਕਿ ਬੜੀ ਇੱਕ ਬਦਕਿਸਮਤੀ ਹੈ ਕਿ 70 ਸਾਲ ਤੋਂ ਜੇ ਇਲੈਕਸ਼ਨ ਲੜ ਰਹੇ ਆ
ਇੱਕ ਗਲੀਆਂ ਨਾਲੀਆਂ ਦੇ ਉੱਤੇ ਇਹ ਲੋਕ ਜਿਹੜੇ ਇਲੈਕਸ਼ਨ ਲੜ ਰਹੇ ਆ, ਵਿਧਾਇਕ ਕੋਲ ਹੋਰ ਕੋਈ ਕੰਮ ਨਹੀਂ ਹੁੰਦੇ। ਜਿੰਨਾ ਗੁੰਡਾਗਰਦੀ ਦਾ ਵਿਕਾਸ ਹੋਇਆ, ਨਸ਼ਿਆਂ ਦਾ ਵਿਕਾਸ ਹੋਇਆ, ਜੂਏ ਦੇ ਅੱਡਿਆਂ ਦਾ ਵਿਕਾਸ ਹੋਇਆ, ਹੋਰ ਕੋਈ ਵਿਕਾਸ ਨਹੀਂ ਹੋਇਆ। ਦਾਅਵਾ ਇਹ ਕੀਤਾ ਗਿਆ ਉਹਨਾਂ ਦੇ ਵੱਲੋਂ, ਪਾਰਟੀ ਦੇ ਵੱਲੋਂ, ਕਿ ਕਈ ਵਾਰ ਲੋਕਾਂ ਨੇ ਫਤਵਾ ਦਿੱਤਾ, ਜਿਤਾਇਆ ਉਹਨਾਂ ਨੂੰ। ਦੇਖੋ ਗੱਲ ਇਹ ਹੈ ਕਿ ਜਿਹੜਾ ਹੁਣ ਤੁਸੀਂ ਜਿੱਤਣ ਦੀ ਪਿਛਲੀ ਵਾਰੀ ਜਿਹੜੀ ਕਾਂਗਰਸ ਦੀ ਲਹਿਰ ਸੀ, ਉਹ ਲਹਿਰ ਦੇ ਵਿੱਚ ਜਿਹੜਾ ਉਹਨਾਂ ਦੀ ਜਿੱਤ ਹੋਈ ਹੈ, ਔਰ ਹੋਰ ਕਿਸੇ ਤਰੀਕੇ ਨਾਲ ਕੋਈ ਜਿੱਤ ਨਹੀਂ ਹੋਈ। ਇਸ ਵਾਰ ਪਤਾ ਲੱਗ ਜਾਏਗਾ। ਇਹ ਘਰ ਘਰ ਜਿਹੜਾ ਜਾ ਕੇ ਲੋਕਾਂ ਦੀਆਂ ਮਿੰਨਤਾਂ ਕਰ ਰਹੇ ਆ, ਤਰਲੇ ਕਰ ਰਹੇ ਆ ਕਿ ਤੁਸੀਂ ਸਾਡੇ ਨਾਲ ਚੱਲੋ। ਲੋਕ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ। ਇਹ ਲੋਕ ਬਦਮਾਸ਼ੀ ਨਾਲ ਲੋਕਾਂ ਨੂੰ ਤੋੜ ਰਹੇ ਆ। ਮੈਂ ਕਦਵਾਈ ਨਗਰ ਮੰਡਲ ਤੋਂ ਅਧਿਕਸ਼ ਹਾਂ, 51 ਨੰਬਰ ਵਾਰਡ ਸਾਡਾ। ਉੱਥੇ ਇਹਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ, ਸਾਡੇ ਵਰਕਰਾਂ ਨਾਲ ਕੀਤੀ। ਕਿਉਂਕਿ ਦੇਖੋ ਗੱਲ ਇਹ ਹੈ ਕਿ ਇਹਨਾਂ ਦਾ ਇੱਕੋ ਹੀ ਕੰਮ ਹੈ, ਲੁੱਟਣਾ ਜਾਂ ਕੁੱਟਣਾ। ਠੀਕ ਹੈ, ਉਹ ਕੰਮ ਕਾਂਗਰਸ ਕਰ ਰਹੀ ਤੁਹਾਡੇ ਹੈ। ਮੈਂ ਉਮੀਦਵਾਰ ਵਿਧਾਇਕ ਨੂੰ ਲੈ ਕੇ ਆਉਣਾ ਨਾ, ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸਵਾਲ ਵਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਾਈਪ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਤੇ ਚੱਲੀ ਹੋਈ ਹੈ, ਪਰ ਇਸ ਸਭ ਨੂੰ ਲੈ ਕੇ ਜਿਹੜੇ ਮੌਜੂਦਾ ਵਿਧਾਇਕ ਹੈ ਇੱਥੋਂ ਦੇ, ਤੁਹਾਡਾ ਕੀ ਰਾਏ ਆ ਉਸ ਤੇ? ਦੇਖੋ, ਦਰਸ਼ਕਾਂ ਨੂੰ ਸਭ ਤੋਂ ਪਹਿਲਾਂ SMZ ਚੈਨਲ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ, ਉਹ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੋਣ ਦਾ। ਬਾਕੀ ਜੋ ਗੱਲ ਰਹੀ ਤੁਸੀਂ ਸਾਡੀ ਆਮ ਆਦਮੀ ਪਾਰਟੀ ਦੀ, ਉਹ ਤਾਂ ਦੇਖੋ ਜੇ ਸਾਡਾ ਕੰਮ ਕੀਤਾ ਦਿੱਲੀ ਦੇ ਵਿੱਚ ਵਿਕਾਸ ਹੋਇਆ ਵਾ, ਉਸ ਵਿਕਾਸ ਨੂੰ ਮੱਦੇਨਜ਼ਰ ਰੱਖ ਕੇ ਹੀ ਲੋਕਾਂ ਦਾ ਮੈਂਡੇਟ ਆਣਾ ਵਾ, ਔਰ ਇਹ ਕਲੀਅਰ ਮੈਜੋਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਕੋਈ ਦਿੱਕਤ ਨਹੀਂ ਹੈ। ਔਰ ਲੋਕ ਮਨ ਬਣਾਈ ਬੈਠੇ ਨੇ ਵੀ ਆਮ ਆਦਮੀ ਪਾਰਟੀ ਨੂੰ ਅਸੀਂ ਮੌਕਾ ਦੇਣਾ, ਕਿਉਂਕਿ 70 ਸਾਲ ਦੇ ਵਿੱਚੋਂ ਕਦੇ ਕਾਂਗਰਸ ਕਦੇ ਅਕਾਲੀ, ਇਹਨਾਂ ਲੋਕਾਂ ਨੇ ਬੇੜਾ ਗਰਕ ਕਰਤਾ ਦੇਸ਼ ਦਾ। ਇਸ ਕਰਕੇ ਜਦ ਦੇ ਪਿਛਲੇ 10 ਸਾਲ ਤੋਂ ਮਾਨਯੋਗ ਕੇਜਰੀਵਾਲ ਸਾਹਿਬ ਦੀ ਸਰਕਾਰ ਆਈ ਹੈ, ਲੋਕਾਂ ਨੂੰ ਜੋ ਬੇਸਿਕ ਕਮਿਊਨਿਟੀਜ਼, ਜੋ ਸਹੂਲਤਾਂ ਚਾਹੀਦੀਆਂ ਮਿਲੀਆਂ, ਉਸੇ ਮਾਡਲ ਦੇ ਉੱਪਰ ਹੀ ਅਸੀਂ ਕੰਮ ਕਰਾਂਗੇ ਪੰਜਾਬ ਦੇ ਵਿੱਚ। ਔਰ ਲੋਕ ਪੂਰੇ ਤਿਆਰ ਨੇ। ਅੱਛਾ, ਕੀ ਮੰਨਦੇ ਹੋ ਕਿ ਕਾਂਗਰਸ ਦੇ ਵੱਲੋਂ ਹਾਲੇ ਤੱਕ ਕੋਈ ਪਹੁੰਚਿਆ ਕਿਉਂ ਨਹੀਂ? ਕਾਰਨ ਕੀ ਮੰਨਦੇ ਹੋ? ਦੇਖੋ, ਉਹ ਡਰੇ ਹੋਏ ਨੇ, ਉਹਨਾਂ ਨੇ ਕੰਮ ਨਹੀਂ ਕੀਤਾ, ਲੋਕਾਂ ਦੇ ਸਾਹਮਣੇ ਨਹੀਂ ਆ ਸਕਦੇ, ਬੇਸ਼ਰਮ ਹੋਏ ਨੇ। ਉਹਨਾਂ ਨੂੰ ਪਤਾ ਵੀ ਲੋਕ ਫਤਵਾ ਸਾਡੇ ਖਿਲਾਫ ਦੇਣਗੇ, ਇਸ ਕਰਕੇ ਉਹ ਸਵਾਲਾਂ ਦੇ ਜਵਾਬ ਦੇ ਨਹੀਂ ਦੇ ਸਕਦੇ ਹੈਗੇ, ਝੂਠੇ ਨੇ। ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਾਫੀਆ, ਤੁਸੀਂ ਮਾਫੀਆ ਰਾਜ ਹੀ ਆ ਸਾਰਾ। ਸਾਡੇ ਸੈਂਟਰ ਹਲਕੇ 'ਚ ਮਾਫੀਆ ਰਾਜ ਹੋਇਆ ਹੋਇਆ। ਮੇਰੇ ਦੋਸਤ ਨੇ ਬੜਾ, BJP ਵਾਲਿਆਂ ਨੇ ਬੜਾ ਚੰਗੀ ਤਰ੍ਹਾਂ ਦੱਸਿਆ ਵੀ ਇਹ ਮਾਫੀਏ ਦੇ ਕਰਕੇ ਹੀ ਜੱਦੇ ਆ ਰਹੇ ਸੀਗੇ। ਲੇਕਿਨ ਇੱਕ ਵਾਅਦਾ ਕਰਦੇ ਆ ਆਮ ਆਦਮੀ ਪਾਰਟੀ ਜੋ ਸਾਡੀ ਸਰਕਾਰ ਬਣਦੇ ਮਾਫੀ ਦਾ ਸਫਾਇਆ ਕੀਤਾ। ਕਹਿੰਦੇ ਨੇ ਕਿ ਰਾਜਨੀਤੀ ਦੇ ਵਿੱਚ ਹਰੇਕ ਚੀਜ਼ ਪੋਸੀਬਲ ਹੁੰਦੀ ਹੈ। ਕਿਸੇ ਸਮੇਂ ਭਾਈਵਾਲ ਸੀ ਸ਼੍ਰੋਮਣੀ ਅਕਾਲੀ ਦਲ ਤੇ BJP ਇਸ ਵੇਲੇ ਅਲੱਗ-ਅਲੱਗ ਹੋ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਮਾਰਜਨ ਨਾਲ ਜਿੱਤਾਂਗੇ, ਤਾਂ ਦੂਸਰੇ ਪਾਸੇ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਇਹ ਕਹਿੰਦੀਆਂ ਪਈਆਂ ਨੇ ਕਿ BJP ਅਕਾਲੀ ਦਲ ਤੀਸਰੇ ਨੰਬਰ ਤੇ ਹੈ। ਕੀ ਮੰਨਦੇ ਹੋ? ਦੇਖੋ ਜੀ, ਜਿਹੜੇ ਸਰਵੇ ਹੈਗੇ ਆ, ਤੁਸੀਂ 2017 ਵਿੱਚ ਵੀ ਦੇਖਿਆ ਹੋਣਾ, 100 ਤੋਂ 117 ਦੇ ਵਿੱਚੋਂ 100 ਸੀਟਾਂ ਦੇ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਉਹ ਕਿੱਥੇ ਆ ਕੇ ਖੜ ਗਏ। ਤੇ ਹੁਣ ਤਾਂ ਇਹਨਾਂ ਦਾ ਆਪਦਾ ਜਿਹੜਾ ਸਰਵੇ ਆ ਉਹ ਇਹਨਾਂ ਨੂੰ ਕਿਤੇ 22 ਸੀਟਾਂ ਦੇ ਰਿਹਾ, ਕਿਤੇ 40-42 ਦੇਖਿਆ। ਦੇਖੋ, ਜਿਹੜਾ ਫਤਵਾ ਹੁੰਦਾ ਉਹ ਲੋਕਾਂ ਨੇ ਦੇਣਾ ਹੁੰਦਾ। ਤੇ 10 ਮਾਰਚ ਨੂੰ ਜਦੋਂ ਇਹ ਫਤਵਾ ਲੋਕਾਂ ਦਾ ਸਾਰਿਆਂ ਦੇ ਸਾਹਮਣੇ ਆਏਗਾ, ਤਾਂ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਉਹੀ ਇੱਕ ਸੱਚ ਦੇ ਤੌਰ ਤੇ ਸਾਰਿਆਂ ਦੇ ਅੱਗੇ ਆਏਗਾ ਜੀ। ਹੁਣ ਅਸੀਂ ਗੱਲ ਕਰੀਏ ਜੀ ਦਿੱਲੀ ਮਾਡਲ ਦੀ, ਪੰਜਾਬ ਮਾਡਲ ਦੀ। ਦੇਖੋ ਜੀ, ਜਿਹੜਾ ਤਾਂ ਦਿੱਲੀ ਮਾਡਲ ਹੈ, ਹੁਣ ਇੱਕ ਪਾਸੇ ਕਹਿੰਦੇ ਆ ਜੀ ਆਮ ਆਦਮੀ ਪਾਰਟੀ, ਆਮ ਬੰਦਿਆਂ ਦੀ ਪਾਰਟੀ। ਹੁਣ ਤੁਸੀਂ ਇਹ ਦੇਖੋਗੇ ਜੀ, ਇਹ ਇੱਕ ਨਿਊਜ਼ਪੇਪਰ ਦੀ ਕਟਿੰਗ ਹੈ। 83 ਵਿੱਚੋਂ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਜੀ 45 ਕਰੋੜਪਤੀ ਤੇ 38 ਅਧਿਆਪਕ ਜਿਨ੍ਹਾਂ ਤੇ ਕ੍ਰਿਮੀਨਲ ਰਿਕਾਰਡ ਹੈ ਜੀ। ਇਹ ਹੈ ਆਮ ਆਦਮੀ ਪਾਰਟੀ। ਜਿਹੜਾ ਤੁਸੀਂ ਦਿੱਲੀ ਦੀ ਵਿਕਾਸ ਦਾ ਗੱਲ ਕਰਦੇ ਹੋ, ਤੁਸੀਂ ਜਾਣ ਕੇ ਹੈਰਾਨ ਹੋਵੋਗੇ। ਇਹ ਪ੍ਰਵਕਤਾ ਸਾਹਮਣੇ ਬੈਠੇ ਆ, ਜੇ ਮੈਂ ਇਹ ਗੱਲ ਝੂਠੀ ਕਰਾਂ ਉਹਦਾ ਜਵਾਬ ਦੇ ਦੇਣ। ਇਹਨਾਂ ਨੂੰ ਇੰਨਾ ਪੁੱਛ ਲਓ ਵੀ ਕੇਜਰੀਵਾਲ ਸਾਹਿਬ ਜਦੋਂ ਆਪ ਬਿਮਾਰ ਹੋਏ ਸੀ, ਜਦੋਂ ਉਹਨਾਂ ਦੇ ਫੈਮਿਲੀ ਵਾਲੇ ਸਾਰੇ ਕਰੋਨਾ ਦੇ ਨਾਲ ਪੀੜਿਤ ਹੋਏ ਸੀ, ਤੇ ਜੇ ਦਿੱਲੀ ਦੀ ਡਿਸਪੈਂਸਰੀਆਂ ਇੰਨੀਆਂ ਵਧੀਆ ਸੀ, ਮੁਹੱਲਾ ਕਲੀਨਿਕ ਜਾਂ ਉੱਥੇ ਦੇ ਵਿੱਚ ਮੈਡੀਕਲ ਫੈਸਿਲਿਟੀ ਇੰਨੀ ਸੀ, ਉਹਨਾਂ ਨੂੰ ਕੀ ਲੋੜ ਪੈ ਗਈ ਸੀ ਵਿਧਾਨਤਾ ਦੇ ਵਿੱਚ ਇਲਾਜ ਕਰਾਉਣ ਦਾ? ਤੇ ਜੇ ਦਿੱਲੀ ਦੇ ਵਿੱਚ ਇੰਨਾ ਮੈਡੀਕਲ ਸੀ, ਫਿਰ ਬੰਗਲੌਰ ਇਲਾਜ ਕਰਾਉਣ ਵਾਸਤੇ ਕਾਹਦੇ ਵਾਸਤੇ ਗਏ? ਠੀਕ ਹੈ, ਮੈਂ ਸਵਾਲ ਲੈ ਲੈਣਾ। ਤਾਂ ਇਹ ਮੈਂ ਤੁਹਾਡੇ ਨਾਲ ਇਹ ਵੀ ਗੱਲ ਪੁੱਛ ਲੈਣਾ ਹੈ ਕਿ ਜੋ ਮੌਜੂਦਾ ਵਿਧਾਇਕ ਹੈ ਸੁਰਿੰਦਰ ਡਾਬਰ, ਉਸ ਨੂੰ ਲੈ ਕੇ ਕੀ ਤੁਹਾਡੇ ਹੈਗੇ ਆ ਬਿਆਨ, ਤੇ ਨਾਲ ਦੀ ਨਾਲ ਹੀ ਵਿਕਾਸ ਕਾਰਜਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ? ਦੇਖੋ ਜੀ, ਕਹਿੰਦੇ ਆ ਮੈਂ ਪੇਸ਼ੇ ਤੋਂ ਇੱਕ ਵਕੀਲ ਹਾਂ, ਸਬੂਤਾਂ ਤੇ ਤੱਥਾਂ ਨਾਲ ਗੱਲ ਕਰਾਂਗਾ। ਆ ਕੈਮਰੇ ਤੇ ਦਿਖਾਣਾ ਚਾਹੁੰਦਾ ਜੀ, ਉਹਨਾਂ ਦੇ ਜਦੋਂ ਉਹ ਘਰ ਘਰ ਵੋਟ ਮੰਗਣ ਗਏ ਤਾਂ ਸੀਵਰੇਜ ਦਾ ਪਾਣੀ ਗਲੀ ਦੇ ਵਿੱਚ ਤੈਰ ਰਿਹਾ ਸੀ ਤੇ ਲੋਕਾਂ ਦੀ ਥੜੀਆਂ ਤੇ ਚੜ ਕੇ ਉਹਨਾਂ ਨੇ ਗਲੀ ਪਾਰ ਕੀਤੀ। ਇਹ ਹੈ ਜੀ ਸੱਚਾ ਉਦਾਹਰਨ ਇੱਕ ਵਿਕਾਸ ਦਾ। ਇਹੀ ਕਾਰਨ ਹੈ ਕਿ ਅੱਜ ਨਹੀਂ ਪਹੁੰਚਿਆ? ਮੈਂ ਉਹੀ ਕਹਿ ਰਿਹਾ ਜੀ, ਦੇਖੋ ਜਿਹੜੇ ਪਾਰਕ 'ਚ ਅਸੀਂ ਖੜੇ ਆ, ਅਗਰ ਤੁਸੀਂ ਇਹਦਾ ਬੋਰਡ ਪੜੋਗੇ, ਇੱਥੇ ਮਾੜੀ ਮੋਟੀ ਜਿਹੜੀ ਸਾਫ਼ ਸਫਾਈ ਆ ਰਹੀ ਹੈ, ਕੈਮਰੇ ਲੱਗੇ ਆ, ਇਹ ਲੋਕ
ਧੰਨਵਾਦ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਮੇਨਟੇਨ ਕੀਤਾ ਹੈ। ਅਗਰ ਤੁਸੀਂ ਦੋਨੋਂ ਗੇਟਾਂ ਦੇ ਬਾਹਰ ਜਾਓ ਤਾਂ ਵਿਕਾਸ ਤੁਹਾਨੂੰ ਡੁੱਲ ਦਿਖੂਗਾ। ਦੇਖੋ ਜੀ ਖੱਡੇ ਦੇਖੋ, ਸੜਕਾਂ ਪੱਟੀਆਂ ਪਈਆਂ, ਸੀਵਰੇਜ ਦੇ ਹੋਲ ਓਪਨ ਹੋਏ ਪਏ ਆ, ਕੋਈ ਵੀ ਰਾਤ ਨੂੰ ਡਿੱਗ ਸਕਦਾ, ਕੋਈ ਸਟਰੀਟ ਲਾਈਟਾਂ ਨਹੀਂ। ਠੀਕ ਹੈ। ਇਹ ਵਿਕਾਸ ਦੀ ਗੱਲ ਕਰਦੇ ਆ, ਸਬੂਤ ਹੈ ਲੋਕਾਂ ਕੋਲੋਂ ਜਦੋਂ ਜਾ ਰਹੇ ਨੇ ਗਲੀਆਂ ਦੀਆਂ ਥੜੀਆਂ ਦੇ ਉੱਪਰ ਚੜ ਕੇ ਵੋਟਾਂ ਮੰਗ ਰਹੇ ਕਿਉਂਕਿ ਗਲੀ ਦੇ ਵਿੱਚ ਸੀਵਰੇਜ ਹੈ। ਲੈ ਕੇ ਆਉਣਾ ਤਾਂ ਹੁਣ ਬੀਜੇਪੀ ਤੋਂ ਹੀ ਪੁੱਛ ਲੈਣੇ। ਬੀਜੇਪੀ ਵਾਲਿਆਂ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਜਿਸ ਤਰ੍ਹਾਂ ਹੁਣ ਅਕਾਲੀ ਦਲ ਨੇ ਇਲਜ਼ਾਮ ਲਾਏ ਆਮ ਆਦਮੀ ਪਾਰਟੀ, ਦੂਸਰੇ ਪਾਸੇ ਬੀਜੇਪੀ ਦੇ ਵਿੱਚ ਕਹਿੰਦੇ ਨੇ ਕਿ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਪੰਜਾਬ ਦੇ ਵਿੱਚ। ਦੂਸਰੇ ਪਾਸੇ ਅੱਜ ਦੇਖਿਆ ਗਿਆ ਹੈ ਕਿ ਵੱਡੇ ਪੱਧਰ ਤੇ ਕਲਾਕਾਰ ਹੈ ਬੀਜੇਪੀ ਤੇ ਵੀ ਸ਼ਾਮਲ ਹੋਏ ਹੈ। ਕਿੱਥੇ ਸਟੈਂਡ ਕਰਦੇ ਆਪਣੀ ਪਾਰਟੀ ਨੂੰ? ਗੱਲ ਇਸ ਤਰ੍ਹਾਂ ਹੀ, ਜਿਹੜੀ ਪ੍ਰਧਾਨ ਮੰਤਰੀ ਜੀ ਦੀ ਗੱਲ ਹੈ ਸਾਡੇ ਸੰਗਠਨ ਨੇ ਦੇਖਣਾ, ਉਹ ਵਿਚਾਰ ਕਰ ਰਹੇ ਹੈ। ਅਗਰ ਉਹਨਾਂ ਦਾ ਪ੍ਰਧਾਨ ਮੰਤਰੀ ਜੀ ਦਾ ਬੜਾ ਬਿਜੀ ਸ਼ਡਿਊਲ ਹੁੰਦਾ ਹੈ, ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਅਗਰ ਉਹਨਾਂ ਦਾ ਸ਼ਡਿਊਲ ਦੇ ਵਿੱਚੋਂ ਟਾਈਮ ਨਿਕਲਿਆ ਤੇ ਉਹ ਲੁਧਿਆਣੇ ਜ਼ਰੂਰ ਆਣਗੇ, ਕਿਉਂਕਿ ਉਹਨਾਂ ਦਾ ਵਿਚਾਰ ਕੀਤਾ ਸੀਗਾ ਕਿ ਲੁਧਿਆਣੇ ਦੇ ਵਿੱਚ ਹੀ ਅਸੀਂ ਆਪਣਾ ਫਿਰੋਜ਼ਪੁਰ ਤੋਂ ਵਾਪਸ ਗਏ ਸੀ, ਹੁਣ ਲੁਧਿਆਣੇ ਆ ਕੇ ਵਧੀਆ ਇਕੱਠ ਦੇਖ ਕੇ ਸੰਬੋਧਨ ਕਰਨਗੇ। ਤੇ ਰਹੀ ਗੱਲ ਸੈਂਟਰਲ ਦੀ, ਲੁਧਿਆਣੇ ਦੀ, ਇਹਨਾਂ ਨੇ ਕੀ ਕੀਤਾ ਜੀ, 8 ਤਰੀਕ ਨੂੰ ਇਲੈਕਸ਼ਨ ਕੋਡ ਲੱਗ ਗਿਆ, ਇਹਨਾਂ ਨੇ 7 ਤਰੀਕ ਰਾਤ ਨੂੰ ਚੈੱਕ ਵੰਡਣੇ ਸ਼ੁਰੂ ਕਰ ਦਿੱਤੇ ਗਾਰਡਰ ਵਾਲਿਆਂ ਵਾਸਤੇ। ਤੁਹਾਨੂੰ ਵੀ ਭਾਈ ਸਾਹਿਬ ਪਤਾ ਹੈ, ਮੈਨੂੰ ਵੀ ਪਤਾ ਹੈ, ਅਗਰ ਕਿਸੇ ਇੱਕ ਛੋਟੇ ਜਿਹੇ ਕਮਰੇ ਦਾ ਲੈਂਟਰ ਵੀ ਪਾਣਾ ਹੋਵੇ ਨਾ ਤੇ ਮਾਮੂਲੀ ਗੱਲ 1 1.5 ਲੱਖ ਰੁਪਏ ਲੱਗ ਜਾਂਦਾ। ਇਹਨਾਂ ਨੇ 20,000 ਦੇ ਚੈੱਕ ਵੰਡ ਕੇ ਲੋਕਾਂ ਨਾਲ ਮਜ਼ਾਕ ਕੀਤਾ। ਤੇ ਕੱਲ ਜਿਹੜਾ ਐਲਾਨਜੀਤ ਮੁੱਖ ਮੰਤਰੀ ਇਹਨਾਂ ਨੇ ਘੋਸ਼ਿਤ ਕਰਤਾ, ਕਾਂਗਰਸ ਕੋਈ ਬਰਦਾਸ਼ਤ ਨਹੀਂ ਹੋਇਆ। ਉਹ ਕਹਿੰਦੇ ਅਸੀਂ ਇੰਨੇ ਐਲਾਨ ਕਰਤੇ, ਅੱਜ ਸਾਡਾ ਇੱਥੇ ਆ ਕੇ ਜਲੂਸ ਨਿਕਲ ਜਾਣਾ ਹੈ, ਤਾਂ ਕਰਕੇ ਉਹ ਇੱਥੇ ਨਹੀਂ ਆਏ। ਉਹਨਾਂ ਨੂੰ ਸ਼ਰਮ ਆ ਰਹੀ ਹੈ, ਕਹਿੰਦੇ ਅਸੀਂ ਐਲਾਨਜੀਤ ਮੁੱਖ ਮੰਤਰੀ ਘੋਸ਼ਿਤ ਕਰਤਾ ਤੇ ਇੱਥੇ ਆ ਕੇ ਲੋਕਾਂ ਦਾ ਸਾਹਮਣਾ ਕਿੱਦਾਂ ਕਰਾਂਗੇ। ਅੱਛਾ, ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰ੍ਹਾਂ ਆਪਣੇ ਉਮੀਦਵਾਰ ਖੜਾਏ ਗਏ ਆ, ਦੂਸਰੇ ਪਾਸੇ ਅਕਾਲੀ ਦਲ ਦੇ ਵੱਲੋਂ ਖੜਾਏ ਗਏ ਆ, ਕੀ ਮੰਨਦੇ ਹੋ ਕਿ ਇਸ ਵਾਰ ਮੁਕਾਬਲਾ ਟੱਕਰ ਦਾ ਹੋਊ ਕਿ ਤੁਹਾਡੀ ਇੱਕ ਬਸ ਲੀਡ ਹੋਊ? ਗੱਲ ਸੁਣੋ ਜੀ, ਪੂਰਨ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਇਹ ਤੁਹਾਨੂੰ 10 ਤਰੀਕ ਨੂੰ ਜਦੋਂ ਰਿਜ਼ਲਟ ਆਣਗੇ ਤੁਹਾਨੂੰ ਪਤਾ ਲੱਗ ਜਾਏਗਾ। ਤੇ ਰਹੀ ਗੱਲ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਤਾਂ ਸ਼ਰਾਬੀਆ ਮੁੱਖ ਮੰਤਰੀ ਘੋਸ਼ਿਤ ਕਰਤਾ। ਇਹ ਇੰਨੇ ਝੂਠੇ ਨੇ, ਇਹਨਾਂ ਦੇ ਹੱਥ ਖੜੇ ਹੋ ਚੁੱਕੇ ਨੇ। ਆ ਮੈਂ ਮੇਰੇ ਕੋਲ ਨਾ ਪੋਸਟ ਹੈ, ਇਹਨਾਂ ਨੇ ਸਰਵੇ ਕਰਾਇਆ ਕਿ ਹਾਂ ਵੀ ਅੱਛਾ, ਸੈਂਟਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਸਾਰੇ ਸਬੂਤਾਂ ਤਹਿਤ ਪਹੁੰਚੇ ਹੋਏ ਆ। ਪਹਿਲਾਂ ਅਕਾਲੀ ਦਲ ਦੇ ਵੱਲੋਂ ਸਬੂਤ ਦਿਖਾਏ ਗਏ ਨਿੱਜੀ ਚੈਨਲਾਂ ਦਾ, ਹੁਣ ਦਿਖਾਉਣ ਲੱਗਿਆ ਸਬੂਤ। ਦੱਸੋ ਜੀ। ਇਹਨਾਂ ਨੇ ਇੱਕ ਨੰਬਰ ਦਿੱਤਾ 70748 70748, ਕਹਿੰਦੇ ਜੀ ਇਹ ਨੰਬਰ ਤੇ ਤੁਸੀਂ ਟੈਕਸਟ ਮੈਸੇਜ ਕਰੋ, ਚਾਹੇ ਕਾਲ ਕਰੋ, ਕਿ ਆਪਣਾ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਆਮ ਆਦਮੀ ਪਾਰਟੀ ਵੱਲੋਂ ਕਿਹਨੂੰ ਦੇਖਣਾ ਚਾਹੁੰਦੇ ਹੋ। ਇਹ ਨੰਬਰ ਜਦੋਂ ਕਢਾਇਆ ਗਿਆ, ਇਹ ਵੋਡਾਫੋਨ ਕੰਪਨੀ ਦਾ ਨੰਬਰ ਹੈ, ਇਹ ਰਾਘਵ ਚੱਡੇ ਦੇ ਨਾਮ ਤੇ ਰਜਿਸਟਰਡ ਹੈ, ਜਿਹਦੇ ਤੇ 10 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ 7639 ਕਾਲਾਂ ਹੋਈਆਂ, 4 ਆਊਟਗੋਇੰਗ ਕਾਲ ਹੋਈ, SMS ਆਏ 4596 ਤੇ 432 MB ਡਾਟਾ ਯੂਜ਼ ਹੋਇਆ। ਇਹ ਤਾਂ ਘਰ ਬੈਠੇ ਇਹਨਾਂ ਨੇ ਪ੍ਰੀ ਪਲੈਨਿੰਗ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਰਹੇ ਨੇ, ਜਿਹੜੇ ਇਲੈਕਸ਼ਨਾਂ ਤੋਂ ਪਹਿਲੇ ਮੂਰਖ ਬਣਾ ਰਹੇ ਨੇ। 7000 ਦੀ ਕਾਲਾਂ ਦੀ ਗੱਲ ਕਰਦੇ ਪਏ ਆ, ਰਾਘਵ ਚੱਡਾ ਦੀ ਗੱਲ ਕਰਦੇ ਪਏ, ਦੂਸਰੇ ਪਾਸੇ ਦਾਅਵਾ ਕਰਦੇ ਸੀ ਆਮ ਆਦਮੀ ਪਾਰਟੀ ਕਿ 21 ਲੱਖ ਕਾਲਾਂ ਆਈਆਂ। ਦੇਖੋ ਗੱਲ ਸੁਣੋ, ਸਾਨੂੰ ਕੋਈ ਇਹਨਾਂ ਨੂੰ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ। ਇਹ ਸਾਡੀ ਪਾਰਟੀ ਦਾ ਅੰਦਰੂਨੀ ਮਸਲਾ। ਅਸੀਂ ਆਪਣੇ ਆਪ ਤੇ ਲੋਕਾਂ ਦਾ ਮੈਂਡੇਟ ਲਿਆ, ਲੋਕਾਂ ਤੋਂ ਰਾਏ ਲਈ, ਔਰ ਮੈਂ ਇੱਕ ਨੰਬਰ ਤੇ ਮੈਂ ਨਹੀਂ ਕਾਲ ਚੱਲਦੀਆਂ ਨੇ। ਸਾਨੂੰ ਕੋਈ ਇਹਨਾਂ ਨੂੰ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ। ਔਰ ਸਾਡੀ ਪਾਰਟੀ ਨੇ ਦੇਖਣਾ ਮੈਂ ਕਿਸ ਨੂੰ ਸੀਐਮ ਚਿਹਰਾ ਐਲਾਨਾ ਹੈ। ਔਰ ਸਾਡਾ ਇੱਕ ਯੂਨਾਨੀਮਸ ਡਿਸੀਜਨ ਸੀ, ਭਗਵੰਤ ਮਾਨ ਜੀ ਜੋ ਸੁਲਝੇ ਹੋਏ ਇੱਕ ਨੇਤਾ ਨੇ, ਉਹ ਜਿਹੜੇ ਲਗਾਤਾਰ MP ਜਿੱਤਦੇ ਆ ਰਹੇ ਨੇ। ਔਰ ਬਾਕੀ ਯਾਰ ਬੀਜੇਪੀ ਦੀ ਕੀ 750 ਕਿਸਾਨਾਂ ਨੂੰ ਮਾਰ ਕੇ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। 750 ਕਿਸਾਨ ਜਦੋਂ ਮਰਦੇ ਸੀ, ਠੰਡ ਵਿੱਚ ਮਰਦੇ ਸੀ, ਮੀਂਹਾਂ 'ਚ ਮਰਦੇ ਸੀ, ਉਸ ਵੇਲੇ ਇਹਨਾਂ ਨੂੰ ਯਾਦ ਨਹੀਂ ਆਈ। ਇਹ ਦੇਖੋ, ਇਹ ਬੀਜੇਪੀ ਦੀ ਜਿਹੜੀ ਸਰਕਾਰ ਹੈ ਨਾ, ਇਹ ਅਕਾਲੀਆਂ ਦੇ ਸਹਾਰੇ ਚੱਲਦੀ ਸੀਗੀ, ਅਕਾਲੀਆਂ ਦੇ ਮੋਢੇ ਦੇ ਸਹਾਰੇ ਚੱਲਦੀ ਸੀ। ਡੁੱਬੀ ਸਰਕਾਰ ਹੈ। ਇਹਨਾਂ ਨੇ ਪੰਜਾਬ ਵਿੱਚ ਇਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ। ਔਰ ਮੈਂ ਤੁਹਾਨੂੰ ਅੱਜ ਦੱਸਦਾ, 10 ਤਰੀਕ ਦੇ ਮੈਂਡੇਟ ਤੋਂ ਬਾਅਦ ਇਹਨਾਂ ਦੇ ਇੱਕ ਜਿਹੜੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ। ਸ਼ਰਾਬੀ ਮੁੱਖ ਮੰਤਰੀ ਘੋਸ਼ਿਤ ਕਿਉਂ ਕੀਤਾ? ਇਹਨਾਂ ਕੋਲ ਬੰਦਾ ਨਹੀਂ ਲੱਭਿਆ ਪੰਜਾਬ ਦੇ ਵਿੱਚ ਕੋਈ। ਸਰ, ਇਹਨਾਂ ਨੇ ਗੱਲ ਕੀਤੀ, ਭਾਈ ਸਾਹਿਬ ਨੇ, ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ, ਕਿਸਾਨਾਂ ਦੀ 700 ਕਿਸਾਨਾਂ ਦੀ ਗੱਲ ਕੀਤੀ ਇਹਨਾਂ ਨੇ। ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ 700 ਕਿਸਾਨ ਦੀ ਮੌਤ ਦਾ ਜ਼ਿੰਮੇਵਾਰ ਕਿਸਾਨ ਜਥੇਬੰਦੀਆਂ ਨੇ। ਉਸ ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਕਾਂਗਰਸ ਸਰਕਾਰ ਹੈ, ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹ ਸੈਂਟਰ ਸਰਕਾਰ ਦੇ ਵਿੱਚ ਇੱਕ ਫਲਾਈਓਵਰ ਦਾ ਕੰਮ ਕਰਦੀ ਹੈ। ਠੀਕ ਹੈ, ਇਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ। ਉਸ ਮੌਤ ਦਾ ਉੱਥੇ ਕੋਈ ਗੋਲੀਬਾਰੀ ਨਹੀਂ ਹੋਈ, ਉੱਥੇ ਕੋਈ ਲਾਠੀ ਚਾਰਜ ਨਹੀਂ ਹੋਇਆ। ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ, ਜਿਹੜੀ ਅਸੀਂ ਗੱਲ ਬਾਰ-ਬਾਰ ਅਸੀਂ ਕਹਿ ਰਹੇ ਸੀਗੇ ਕਿ ਵੀ ਇਹ ਲੋਕ ਰਾਜਨੀਤਿਕ ਲੋਕ ਉੱਥੇ ਬੈਠੇ ਹੋਏ ਆ, ਬਾਰ-ਬਾਰ ਬੀਜੇਪੀ ਦੇ ਲੋਕ ਇਹੀ ਕਹਿ ਰਹੇ ਸੀ ਕਿ ਉੱਥੇ ਰਾਜਨੀਤਿਕ ਲੋਕ ਬੈਠੇ ਆ। ਜੇ ਕਿਉਂ ਉੱਥੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ? ਉੱਥੇ ਕਿਸੇ ਪਾਰਟੀ ਦੇ ਨੁਮਾਇੰਦੇ, ਜੇ ਕੋਈ ਅਕਾਲੀ ਦਲ ਵਾਲਾ ਜਾਂਦਾ ਸੀ ਤਾਂ ਕਿਸਾਨ ਭਜਾ ਦਿੰਦੇ ਸੀ, ਤਾਂ ਜੇ ਕੋਈ ਕਾਂਗਰਸ ਵਾਲਾ ਜਾਂਦਾ ਸੀ ਜਾਂ ਕੋਈ ਵੀ ਜਾਂਦਾ ਸੀ, ਕਿਉਂ? ਕਿਉਂਕਿ ਉਹ ਆਪ ਸੱਤਾ ਦਾ ਜਿਹੜਾ ਨਸ਼ਾ ਭੋਗਣਾ ਚਾਹੁੰਦੇ ਸੀ। ਉਹ ਗੱਲ ਪ੍ਰਤੱਖ ਤੁਹਾਡੇ ਸਾਹਮਣੇ ਜਿਹੜੀ ਉਹ ਜੱਗ ਜ਼ਾਹਰ ਹੋ ਚੁੱਕੀ ਹੈ। ਤੁਹਾਡੀ ਭਾਈਵਾਲ ਪਾਰਟੀ ਰਹੀ ਅਕਾਲੀ ਦਲ, ਕੀ ਮੰਨਦੇ ਹੋ ਕਿ ਅਕਾਲੀ ਦਲ ਦੇ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਗਿਆ ਜਿਸ ਤਰ੍ਹਾਂ ਅਸਤੀਫੇ ਦਿੱਤੇ ਗਏ? ਦੇਖੋ ਜੀ, ਭਾਈਵਾਲ ਪਾਰਟੀ ਹੈ,
ਹਰਸਿਮਰਤ ਕੌਰ ਬਾਦਲ, ਇਹ ਸਾਰਿਆਂ ਦੇ ਵਿੱਚ ਸਾਹਮਣੇ ਬੈਠ ਕੇ ਜੋ ਵੀ ਕਾਨੂੰਨ ਲਾਗੂ ਹੋਏ ਸੀ, ਜੋ ਬਣੇ ਸੀ, ਸਭ ਪਤਾ ਸੀ। ਇਹਨਾਂ ਨੇ ਤੇ ਇੱਕ ਡਰਾਮਾ ਰਚਿਆ ਅਕਾਲੀ ਦਲ ਨੇ ਕਿ ਅਸੀਂ ਸ਼ਾਇਦ ਛੱਡ ਕੇ ਬਹੁਮਤ ਜਿਹੜੀ ਹੈ ਜਾਂ ਸਿੰਮਤੀ ਲੈ ਲਾਂਗੇ। ਉਹ ਸਿੰਮਤੀ ਜਿਹੜੀ ਇਹਨਾਂ ਨੂੰ ਡਰਾਮਾ ਰਚਿਆ, ਕਹਿੰਦੇ ਡਰਾਮਾ ਰਚਿਆ। ਡਰਾਮੇ ਤੇ ਮੈਂ ਆ ਜਾਣਾ, ਮੈਂ ਤੁਹਾਡੇ ਕੋਲ ਆ ਰਿਹਾ ਵਾਂ। ਕਹਿੰਦੇ ਡਰਾਮਾ ਰਚਿਆ। ਦੇਖੋ ਜੀ, ਜੱਗ ਜ਼ਾਹਿਰ ਹੈ ਵੀ ਬੀਬਾ ਹਰਸਿਮਰਤ ਜੀ ਕੌਰ ਨੇ ਜਦੋਂ ਇੱਕ ਪ੍ਰੋਟੈਸਟ ਲੈਟਰ ਇਹਨਾਂ ਨੂੰ ਲਿਖੀ ਵੀ ਇਹਨਾਂ ਨੇ ਅੱਗੋਂ ਵਿਸ਼ਵਾਸ ਦਵਾਇਆ ਵੀ ਜਿੰਨੇ ਵੀ ਕਿਸਾਨ ਨੇਤਾ ਹੈ ਤੁਸੀਂ ਉਹਨਾਂ ਨੂੰ ਲੈ ਕੇ ਆਓ, ਜੋ ਉਹਨਾਂ ਨੇ ਐਡਵਾਈਸ ਦੇਣੀ ਹੈ ਅਸੀਂ ਉਹਨੂੰ ਉਹਦੇ ਵਿੱਚ ਰੂਲਸ ਦੇ ਵਿੱਚ ਇਨਬਿਲਟ ਕਰਾਂਗੇ ਤੇ ਤਾਂ ਰੂਲਸ ਬਣਾਵਾਂਗੇ। ਜਦੋਂ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਤੇ ਉਹਨਾਂ ਨੇ ਅਸਤੀਫਾ ਦਿੱਤਾ। ਉਹਨਾਂ ਨੇ ਕੋਈ ਲਾਲਚ ਨਹੀਂ ਕੀਤਾ। ਹੁਣ ਦੂਜੇ ਪਾਸੇ ਜੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ। ਦੇਖੋ, ਜਿਹੜਾ ਸਟੇਜ ਸੀ ਟਿੱਕਰੀ ਬਾਰਡਰ ਦਾ ਜਿਹੜਾ ਲੱਗਿਆ ਸੀ, ਉਹ ਦਿੱਲੀ ਦੇ ਵਿੱਚ ਲੱਗਿਆ ਸੀ। ਤੁਸੀਂ ਥੋੜੇ ਦਿਨ ਪਹਿਲਾਂ ਇੱਕ ਇੰਟਰਵਿਊ ਸੁਣੀ ਹੋਣੀ ਹੈ ਡਾਕਟਰ ਸਵਰਨਜੀਤ ਜੀ, ਜਿਹੜੇ ਇੱਕ ਆਪ NRI ਨੇ, ਜਿਹੜੇ ਆਮ ਆਦਮੀ ਪਾਰਟੀ ਦੇ NRI ਵਿੰਗ ਦੇ ਪ੍ਰਧਾਨ ਵੀ ਹੁੰਦੇ ਸੀ। ਉਹਨਾਂ ਨੇ ਉੱਥੇ ਓਪਨਲੀ ਡਿਬੇਟ ਦੇ ਵਿੱਚ ਈਮੇਲਸ ਦਿਖਾਈਆਂ ਵੀ ਅਸੀਂ ਦਿੱਲੀ ਸਰਕਾਰ ਨੂੰ ਲਿਖਦੇ ਦੇ ਸਾਨੂੰ ਦਵਾਈਆਂ ਦਿਓ। ਇਹਨਾਂ ਨੇ ਦਵਾਈਆਂ ਦੇਣ ਤੋਂ ਮਨਾ ਕਰਤਾ। ਅਸੀਂ ਦਿੱਲੀ ਸਰਕਾਰ ਨੂੰ ਲਿਖਦੇ ਰਹੇ ਵੀ ਤੁਸੀਂ ਸੀਵਰੇਜ ਕਲੀਨਿੰਗ ਮਸ਼ੀਨਾਂ ਭੇਜੋ। ਦਿੱਲੀ ਸਰਕਾਰ ਨੇ ਮਨਾ ਕਰਤਾ। ਉਸ ਤੋਂ ਬਾਅਦ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਦਿੱਲੀ ਹਿੰਦੁਸਤਾਨ ਦਾ ਪਹਿਲਾ ਸੂਬਾ ਸੀ ਜਿਹਨੇ ਤਿੰਨੇ ਕਾਲੇ ਕਾਨੂੰਨਾਂ ਨੂੰ ਲਾਗੂ ਕੀਤਾ। ਠੀਕ ਹੈ ਜੀ। ਤੁਸੀਂ ਕਰਦੇ ਹੋ ਪੰਜਾਬ ਦੀ ਗੱਲ। ਕੇਜਰੀਵਾਲ, ਤੁਸੀਂ ਅਗਰ ਕਿਤੇ ਵੀ ਬੋਰਡ ਦੇਖ ਲਓ, ਉੱਥੇ ਲਿਖਿਆ ਹੋਇਆ ਕੇਜਰੀਵਾਲ ਦੀ ਗਰੰਟੀ। ਕੀ ਉਹਨੂੰ ਪੰਜਾਬੀਆਂ ਤੇ ਯਕੀਨ ਨਹੀਂ? ਕੀ ਉਹਨੂੰ ਭਗਵੰਤ ਮਾਨ ਤੇ ਯਕੀਨ ਨਹੀਂ? ਕੀ ਉਹ ਪੰਜਾਬ ਦੇ ਵਿੱਚ ਇੱਕ ਲੀਡਰ ਨਹੀਂ ਲੱਭ ਸਕਿਆ ਜਿਹੜਾ ਚਿਹਰਾ ਬਣ ਸਕੇ ਤੇ ਜਿਹੜਾ ਗਰੰਟੀ ਲਵੇ? ਕੇਜਰੀਵਾਲ ਜਿਹੜਾ ਹੈਗਾ ਜੀ, ਕੇਜਰੀਵਾਲ ਇੱਕ ਗਿਰਗਿਟ ਹੈ। ਜੇ ਤੁਸੀਂ ਪੰਜਾਬ ਦੇ ਵਿੱਚ ਆਂਦਾ, ਉਹ ਕਹਿੰਦੇ ਪੰਜਾਬ ਦੇ ਪਾਣੀਆਂ ਕਿਹਦਾ ਹੱਕ ਹੋਣਾ? ਪੰਜਾਬ ਦਾ ਹੋਣਾ ਚਾਹੀਦਾ। ਹਰਿਆਣੇ 'ਚ ਜਾਂਦਾ ਜੀ, ਕਹਿੰਦਾ ਜੀ ਹਰਿਆਣੇ ਦਾ। ਦਿੱਲੀ 'ਚ ਜਾਂਦਾ ਜੀ, ਕਹਿੰਦਾ ਦਿੱਲੀ ਦਾ। ਇਹ ਉਹ CM ਹੈ ਜਿਹੜਾ ਕਹਿੰਦਾ ਜੀ ਪੰਜਾਬ ਦੇ ਵਿੱਚ ਕਿਸਾਨ ਪ੍ਰਦੂਸ਼ਣ ਜਿਹੜਾ ਫੈਲਾਉਂਦੇ ਨੇ ਉਹ ਦਿੱਲੀ 'ਚ। ਮੈਂ ਸਵਾਲ ਲੈ ਕੇ ਜਾਣਾ ਆਮ ਆਦਮੀ ਪਾਰਟੀ ਦੇ ਕੋਲੋਂ। ਗਿਰਗਿਟ ਦੇ ਗੱਲਬਾਤ ਕੀਤੀ ਹੈ ਤੇ ਨਾਲ ਦੀ ਨਾਲ ਕਹਿੰਦੇ ਆ ਕਿ ਕਿਸਾਨ ਬਿੱਲ ਸਭ ਤੋਂ ਪਹਿਲਾਂ ਇਹਨਾਂ ਨੇ ਪਾਸ ਕੀਤੇ ਸੀ। ਦੇਖੋ, ਮੈਂ ਜੇ ਤੁਹਾਨੂੰ ਕਹਾਂ, ਇਹ BJP ਔਰ ਅਕਾਲੀ ਦਲ ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਇਹ ਹੁਣ ਦੋਸ਼ ਲਗਾ ਰਹੇ ਨੇ, ਪਹਿਲਾਂ ਸੱਤਾ ਦਾ ਸੁੱਖ ਭੋਗਦੇ ਨੇ ਇਕੱਠੇ। ਜਦੋਂ ਡਰਾਮਾ ਰਚਣ ਦੀ ਵਾਰੀ ਆਈ ਆ, ਬੀਬਾ ਹਰਸਿਮਰਤ ਕੌਰ ਬਾਦਲ 4.5 ਸਰਕਾਰ 'ਚ ਰਹੀ ਮੰਤਰੀ ਬਣ ਕੇ। ਜਦੋਂ ਚੰਗੀ ਤਰ੍ਹਾਂ ਆਪਣਾ ਸੱਤਾ ਸੁੱਖ ਭੋਗ ਲਿਆ, ਮੁੜ ਕੇ ਅਸਤੀਫਾ ਦੇ ਕੇ ਡਰਾਮਾ ਕਰਦੇ ਨੇ ਇਹ ਲੋਕ। ਇਹ ਚਲਾਕ ਪਾਰਟੀਆਂ ਨੇ, ਇਹਨਾਂ ਨੇ ਬੇੜਾ ਗਰਕ ਕਰਤਾ ਪੰਜਾਬ ਦਾ। ਔਰ ਤੁਹਾਨੂੰ ਪਤਾ, ਜਿਹੜੀਆਂ ਨਸ਼ੇ ਦੇ ਸੁਦਾਗਰ ਨੇ, ਬਿਕਰਮਜੀਤ ਮਜੀਠੀਆ ਹੁਣ ਵੀ ਭਜਦਾ ਫਿਰਦਾ, ਚੋਰ ਚੁਕੀਨੀ ਕਰਦਾ ਫਿਰਦਾ, ਕਦੇ ਉੱਧਰ ਭਜਦਾ ਕਦੇ ਉੱਧਰ ਭਜਦਾ। ਜੇ ਇੰਨੇ ਸੱਚੇ ਨੇ ਸਾਹਮਣੇ ਆਓ। ਬਾਕੀ ਗੱਲ ਰਹਿ ਗਈ ਸੈਂਟਰ ਹਲਕੇ ਦੀ। ਤੁਹਾਡਾ ਉਮੀਦਵਾਰ ਦਾ ਮੈਂ ਤੁਹਾਨੂੰ ਦਿਖਾ ਦਿੰਦਾ ਵਾ। ਇਸ ਬੰਦੇ ਨੇ ਲਗਾਤਾਰ ਜੋ ਕੀ ਕਹਿੰਦਾ ਵਾ, 2003 ਵਾਰੀ ਇਹ ਵਿਧਾਇਕ ਬਣਿਆ। ਆ ਦੇਖੋ ਜੀ, ਮੈਂ ਤੁਹਾਨੂੰ ਸਬੂਤ ਦਿੰਦਾ। 2012 ਦੇ ਵਿੱਚ ਵੀ ਕਹਿੰਦਾ ਮੈਨੂੰ ਵੋਟਾਂ ਪਾਓ, ਨਾਲੇ ਦਾ ਕੰਮ ਕਰਾਉਣਾ। 2017 ਵਿੱਚ ਵੀ ਨਾਲੇ ਦਾ ਕੰਮ ਕਰਾਉਣਾ। 2022 ਵਿੱਚ ਵੀ ਨਾਲੇ ਦਾ ਕੰਮ ਕਰਾਉਣਾ। ਐਡਾ ਕਿੱਡਾ ਕਨਾਲਾ ਜਿਹੜਾ ਤੂੰ ਕਿੱਡਾ ਟਕਣਾ, ਅੱਜ ਤੱਕ ਇਹ ਤੋਂ ਕੰਮ ਨਹੀਂ ਹੋਇਆ। ਦੇਖੋ, ਇਸ ਸੁਰਿੰਦਰ ਡਾਵਰ ਨੇ ਇਸ ਏਰੀਆ ਦਾ ਕੋਈ ਵਿਕਾਸ ਨਹੀਂ ਕੀਤਾ। ਸਿਰਫ ਮਾਫੀਆ ਰਾਜ, ਉਹ ਠੱਗੀ, ਚੋਰੀ, ਲੁੱਟਾਂ ਦੇ ਔਰ ਮਾਫੀਆ ਨੂੰ ਇਹਨਾਂ ਨੇ ਤਰਜੀਹ ਦਿੱਤੀ ਆ। ਬਾਕੀ ਤੁਸੀਂ ਨਾਲੇ ਦੇ ਵਿਕਾਸ ਦੀ ਗੱਲ ਕੀਤੀ ਆ। ਆਮ ਲੋਕਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਆਮ ਲੋਕ ਸੈਂਟਰਲ ਹਲਕੇ ਦੇ ਆ। ਵਿਕਾਸ ਹੋਇਆ ਸੈਂਟਰ ਹਲਕੇ ਦਾ? ਵਿਕਾਸ ਮੰਨਦੇ ਹੋਇਆ ਕਿ ਨਹੀਂ ਹੋਇਆ? ਕੀ ਹੋਇਆ ਕੀ ਹੈ ਇੱਥੇ? ਦੇਖੋ, ਤੁਸੀਂ ਬਾਹਰ ਨਿਕਲੋ, ਪਹਿਲਾਂ ਤਾਂ ਇੱਥੇ ਮੌਜੂਦਗੀ ਕਿੱਥੇ ਆ ਕਾਂਗਰਸ ਦੀ? ਉਹ ਜਵਾਬ ਦੇਣ ਲਈ ਕਿੱਥੇ ਨੇ? ਉਹ ਹੁੰਦੇ ਦਾ ਵਿਕਾਸ ਮਜ਼ਾਕ ਥੋੜੀ ਹੋ ਰਿਹਾ ਇੱਥੇ। ਪਤਾ ਵਾ ਇੱਥੇ ਸਵਾਲ ਪੁੱਛੇ ਜਾਣੇ ਆ, ਜਵਾਬ ਉਹਨਾਂ ਕੋਲ ਹੈ ਕੋਈ ਨਹੀਂ। ਕੀਤਾ ਅੱਗੇ ਇਹਨਾਂ ਨੇ ਲੋਟਰੀਆਂ ਚਲਾਈਆਂ, ਪਾਰਕਾਂ ਦੇ ਵਿੱਚ ਜੂਏ ਖਿਲਾਏ, ਕੰਮ ਦਾ ਕੋਈ ਕੀਤਾ ਹੀ ਨਹੀਂਗਾ। ਨਹੀਂ, ਉਹ ਤਾਂ ਕਹਿੰਦੇ ਆ ਕਿ 2 ਵਾਰ ਮੈਨੂੰ ਵਿਧਾਇਕੀ ਦਿੱਤੀ। ਆਮ ਲੋਕਾਂ ਨੇ ਫਤਵਾ ਜ਼ਾਹਰ ਕੀਤਾ, ਉਸ ਤੋਂ ਬਾਅਦ ਵਿਧਾਇਕੀ ਮਿਲੀ ਹੈ। ਉਸ ਤੋਂ ਪਹਿਲਾਂ ਵੀ ਵਿਧਾਇਕ ਰਹੇ ਆ। ਦੂਸਰੀ ਗੱਲ, ਉਹ ਕਹਿੰਦੇ ਪਾਰਕਾਂ ਬਣਾਈਆਂ, ਗਲੀਆਂ ਨਾਲੀਆਂ ਪੱਕੀਆਂ ਕੀਤੀਆਂ। ਇਹਦਾ ਇਹ ਧੱਕੇ ਨਾਲ ਵੋਟਾਂ ਲੈ ਲਈਆਂ ਲੋਕਾਂ ਕੋਲੇ, ਝੂਠ ਬੋਲ ਕੇ ਵੋਟਾਂ ਲੈ ਲਈਆਂ। ਅਸੀਂ ਆਹ ਕੰਮ ਕੀਤਾ, ਉਹ ਕੀਤਾ। ਠੀਕ ਆ, ਗਸਾਈ ਸਾਹਿਬ ਵਾਲੇ ਕੰਮ ਆਪ ਗਣਾਈ ਜਾਂਦੇ ਆ ਕਿ ਨਾਲਾ ਛੱਤਿਆ ਤਾਂ ਗਸਾਈ ਸਾਹਿਬ ਨੇ ਸੀਗਾ, ਪਾਸ ਤਾਂ ਉਹਨਾਂ ਨੇ ਕਰਵਾਇਆ ਸੀਗਾ। ਇਹ ਆਪਣੇ ਦੇ ਸਾਰਾ ਕੋਈ ਕੰਮ ਤੁਸੀਂ ਯੂਥ ਖੜੀ ਆ, ਯੂਥ ਦੇ ਲਈ ਕੁਝ ਕੀਤਾ ਕਿ ਨਹੀਂ? ਬਿਲਕੁਲ ਨਹੀਂ ਜੀ। ਨਸ਼ਾ ਚਲਾਇਆ ਨਸ਼ਾ ਕੀਤਾ। ਚਿੱਟਾ ਵੀ ਸਾਡੇ ਏਰੀਆ 'ਚ ਵਾਧੂ। ਜਾ ਕੇ ਦੇਖੋ ਜੀ, ਕਬੀਰ ਬਸਤੀ ਵਾਲੀ ਸਾਈਡ ਤੇ ਮੁੰਡੇ ਵਾਧੂ ਮਰੇ ਆ ਜੀ। ਸ਼ਾਮ ਨੂੰ ਪਾਰਕ 'ਚ ਖੇਡਣਾ ਹੁੰਦਾ ਜੀ, ਉੱਥੇ ਜੂਆ ਚਲਾਤਾ ਜੀ। ਸਾਨੂੰ ਭਜਾ ਦਿੰਦੇ ਆ ਵੱਡੇ ਨੇ। ਅਸੀਂ ਕਹਿੰਦੇ ਕੀ ਕਹੀਏ ਜੀ ਉਹਨਾਂ ਨੂੰ। ਰਿਸਪੈਕਟ ਵੀ ਹੁੰਦੀ ਇੱਕ ਚੀਜ਼, ਅਸੀਂ ਵੱਡਿਆਂ ਨੂੰ ਕੁਝ ਕਹਿ ਨਹੀਂ ਸਕਦੇ। ਸ਼ਰੇਆਮ ਜੂਆ ਚੱਲਦਾ ਜੀ, ਸ਼ਰੇਆਮ ਜੂਆ। ਦੇਖੋ, ਆਮ ਲੋਕ ਇਸ ਗੱਲ ਦਾ ਦਾਅਵਾ ਕਰਦੇ ਪਏ ਆ ਕਿ ਇੱਥੇ, ਮੈਂ ਆ ਗਿਆ ਤੁਹਾਡੇ ਕੋਲੇ, ਇੱਕ ਦਾਅਵਾ ਕਰਦੇ ਪਏ ਆ ਕਿ ਇੱਥੇ ਜੂਆ ਚੱਲਦਾ ਹੈ ਤੇ ਨਾਲ ਦੀ ਨਾਲ ਹੀ 3 ਵਾਰ ਵਿਧਾਇਕ ਰਹੇ ਆ ਪਰ ਨਾਲਿਆਂ ਦਾ ਕੰਮ ਨਹੀਂ ਬਣਿਆ। ਸਵਾਲ ਚੁੱਕੇ ਜਾ ਰਹੇ ਆ। ਮੈਂ ਨਾਲ ਦੀ ਨਾਲ ਇੱਕ ਇੱਕ ਕਰਕੇ ਉਹਨਾਂ ਤੁਹਾਡੇ ਕੋਲ ਪਹਿਲਾਂ ਆ ਜਾਣਾ ਵਾ। ਦੱਸੋ, ਉਹ ਕਹਿੰਦੇ ਜੂਆ ਚੱਲਦਾ ਰਿਹਾ ਵਾ, ਨਾਲਿਆਂ ਦਾ ਕੰਮ ਪੱਕਾ ਨਹੀਂ ਹੋਇਆ। ਗੱਲ ਇਸ ਤਰ੍ਹਾਂ ਭਾਈ ਸਾਹਿਬ, ਇੱਕ ਨਾ ਸ਼ਿਵਾਜੀ ਨਗਰ ਤੋਂ ਟਰਾਂਸਪੋਰਟ ਨਗਰ ਦਾ ਨਾਲੇ ਦਾ ਪ੍ਰੋਜੈਕਟ ਗੁਸਾਈ ਸਾਹਿਬ 2016 ਦੇ ਵਿੱਚ ਲੈ ਕੇ ਆਏ ਸੀ। ਉਹਦਾ ਪ੍ਰੋਜੈਕਟ ਸੀਗਾ 5 ਕਰੋੜ ਰੁਪਏ ਦਾ। 2016 ਤੋਂ ਲੈ ਕੇ ਅੱਜ ਚੜ ਗਿਆ 2022। ਉਹ ਪ੍ਰੋਜੈਕਟ ਤਕਰੀਬਨ 19 ਕਰੋੜ
80 ਲੱਖ ਰੁਪਏ ਦਾ ਹੋ ਗਿਆ 4 ਗੁਣਾ ਇਹਨਾਂ ਨੇ ਰੇਟ ਵਧਾਤੇ ਸਿਰਫ ਆਪਣੇ ਕੰਟਰੈਕਟਰਾਂ ਨੂੰ ਖੁਸ਼ ਕਰਨ ਵਾਸਤੇ। ਤੇ ਰਹੀ ਗੱਲ ਆਪਣੀ ਭਾਈ ਸਾਹਿਬ ਆਮ ਆਦਮੀ ਪਾਰਟੀ ਦੀ, ਇਹਨਾਂ ਨੇ 117 ਕੈਂਡੀਡੇਟ ਇੱਥੋਂ ਘੋਸ਼ਿਤ ਕੀਤੇ। ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿੰਨੇ ਡਾਕਟਰਾਂ ਨੂੰ ਖੜਾ ਕੀਤਾ, ਕਿੰਨੇ ਆਮ ਬੰਦਿਆਂ ਨੂੰ ਖੜਾ ਕੀਤਾ। ਇਹ ਜਦੋਂ ਆਪਣੇ ਕੇਜਰੀਵਾਲ ਜੀ ਆਉਂਦੇ ਨੇ 7 ਸਟਾਰ ਹੋਟਲ ਦੇ ਵਿੱਚ ਠਹਿਰਦੇ ਨੇ, ਇਹਨਾਂ ਦਾ ਵਿਜ਼ਨ ਕੀ ਹੈ, ਇਹਨਾਂ ਕੋਲ ਵਿਜ਼ਨ ਕੀ, ਇਹਨਾਂ ਦਾ ਵਿਜ਼ਨ ਕੀ ਹੈ? ਇਹਨਾਂ ਨੇ 5-5 ਕਰੋੜ ਰੁਪਇਆ ਇਕੱਠਾ ਕਰਕੇ 17 ਗੁਣਾ 117 ਗੁਣਾ 585 ਕਰੋੜ ਰੁਪਇਆ ਇਕੱਠਾ ਕਰਕੇ ਦਿੱਲੀ ਨੂੰ ਲੈ ਗਏ। ਇਹਨਾਂ ਦਾ ਇਹ ਵਿਜ਼ਨ ਹੈ। ਸੌਰਵ ਜੈਨ ਇਹਨਾਂ ਦਾ ਪਟਿਆਲੇ ਤੋਂ ਉਮੀਦਵਾਰ ਸੀਗਾ ਜਿਹੜਾ ਇਹਨਾਂ ਨੇ ਘੋਸ਼ਿਤ ਕਰਨਾ ਸੀ। ਉਸ ਬੰਦੇ ਨੇ ਸ਼ਰੇਆਮ ਪੀਟੀਸੀ ਚੈਨਲ ਦੇ ਉੱਤੇ ਬਹਿ ਕੇ ਇਲਜ਼ਾਮ ਲਾਇਆ ਕਿ ਮੇਰੇ ਕੋਲੋਂ ਇਹਨਾਂ ਨੇ 2 ਕਰੋੜ ਰੁਪਇਆ ਮੰਗਿਆ ਰਾਘਵ ਚੱਡਾ ਨੇ ਪਾਰਟੀ ਫੰਡ ਦੇ ਨਾਤੇ ਵੀ ਤੁਹਾਨੂੰ ਮੋੜ ਦੇਾਂਗੇ, ਸਾਨੂੰ ਪਾਰਟੀ ਨੂੰ ਫੰਡ ਦੀ ਜ਼ਰੂਰਤ ਹੈ, ਤੁਹਾਨੂੰ ਮੋੜ ਦੇਾਂਗੇ, ਨਹੀਂ ਤਾਂ ਕੋਹਲੀ ਤਿਆਰ ਬੈਠਾ ਹੈ, ਅਜੀਤ ਸਿੰਘ ਕੋਹਲੀ ਨੂੰ ਦਿੱਤਾ ਸੀ ਟਿਕਟ ਦੇ ਦਾਂਗੇ। ਕਹਿੰਦਾ ਉਹੀ ਕੁਛ ਮੇਰੇ ਨਾਲ ਹੋਇਆ ਤੇ ਕਹਿੰਦਾ ਕੰਗ ਛੱਡ ਕੇ ਚਲਾ ਗਿਆ। ਕੰਗ ਨੇ ਵੀ ਇਹੀ ਇਲਜ਼ਾਮ ਲਾਇਆ, ਤੁਸੀਂ ਵੀ ਝੂਠੇ, ਅਸੀਂ ਵੀ ਝੂਠੇ, ਇਹ ਵੀ ਝੂਠਾ, ਕੱਲੀ ਇਹੀ ਸੱਚੇ ਰਹਿ ਗਏ। ਅੱਛਾ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੀ ਤੇ ਬੀਜੇਪੀ ਸਵਾਲ ਚੁੱਕਦੀ ਪਈ ਹੈ। ਇੱਥੇ ਬੜਾ ਟਵਿਸਟ ਬਣਦਾ ਪਿਆ ਹੈ ਕਿ ਆਮ ਆਦਮੀ ਪਾਰਟੀ ਤੋਂ ਬਿਨਾਂ ਅਕਾਲੀ ਤੇ ਬੀਜੇਪੀ ਆਪਸ 'ਚ ਘੱਟ ਸਵਾਲ ਚੁੱਕਦੇ ਪਏ ਆ ਤੇ ਬਾਈ ਜੀ ਬੜੇ ਸਵਾਲ ਚੁੱਕਦੇ ਪਏ ਆ। ਰਾਘਵ ਚੱਡਾ ਨੂੰ ਲੈ ਕੇ ਹਮੇਸ਼ਾ ਹੀ ਬੜਾ ਰੌਲਾ ਰਿਹਾ ਏ। ਉਹ ਕਹਿੰਦੇ ਜਿਹੜਾ ਹਵਾਲਾ ਦਾ ਪੈਸਾ ਉਹ ਵੀ ਬੜਾ ਚੰਗੀ ਤਰ੍ਹਾਂ ਸੈੱਟ ਕਰ ਦਿੰਦੇ। ਗੱਲ ਕੀ ਹੈ? ਦੇਖੋ ਇਲਜ਼ਾਮ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ, ਦੋਨੋਂ ਪਾਰਟੀਆਂ ਇੱਕੋ ਥੈਲੀ ਚੱਟੇ ਬੱਟੇ ਨੇ। ਸੱਚਾਈ ਜੱਗ ਜ਼ਾਹਰ ਹੋ ਰਹੀ ਆ। ਇਹ ਕਿਸੇ ਦੇ ਇੱਕ ਦੂਜੇ ਇਲਜ਼ਾਮ ਨਹੀਂ ਲਾਉਣੇ ਕਿ ਸਾਨੂੰ ਵੀ ਪਤਾ ਇਹਨਾਂ ਦਾ ਇੱਕੋ ਹੀ ਮਕਸਦ ਆ, ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਸੱਤਾ 'ਚ ਨਾ ਆ ਜਾਵੇ। ਇਹ ਡਰੇ ਹੋਏ ਨੇ, ਬੁਖਲਾਏ ਹੋਏ ਨੇ, ਦਿਖਾਉਂਦੇ ਪਏ ਫੋਟੋ ਕੋਈ ਬੁਖਲਾਏ ਹੋਏ ਨੇ। ਬਾਕੀ ਜਿਹੜੀ ਆ ਇਹ ਜਿਹੜੀਆਂ ਨਿਊਜ਼ ਆ ਇਹਨਾਂ ਦੀ ਆਪਣੀ ਫੈਬਰੀਕੇਟਡ ਨਿਊਜ਼ ਆ, ਮੈਂ ਇਹਨਾਂ ਦਾ ਖੰਡਨ ਕਰਦਾ। ਦੂਜੀ ਗੱਲ ਰਹੀ ਰਾਘਵ ਚੱਡਾ ਜੀ ਦੀ, ਸਾਡੇ ਲੀਡਰ ਨੇ, ਕਿਉਂਕਿ ਉਹ ਇਹਨਾਂ ਦੇ ਉੱਪਰ ਪੂਰੀ ਉਹਨਾਂ ਨਾਲ ਜਦੋਂ ਇਲਜ਼ਾਮ ਲਾਉਂਦੇ ਨੇ ਉਹ ਕਿਸੇ ਸਬੂਤ ਦੇ ਨਾਲ ਲਾਉਂਦੇ ਨੇ, ਇਸ ਕਰਕੇ ਇਹ ਡਰੇ ਹੋਏ ਨੇ ਬਿਲਕੁਲ। ਇਹਨਾਂ ਨੂੰ ਜਦੋਂ ਇਲੈਕਸ਼ਨਾਂ ਦਾ ਰਿਜ਼ਲਟ ਆ ਗਿਆ, ਕੀ ਮੰਨਦੇ ਹੋ ਕਿ ਦੋਵੇਂ ਪਾਰਟੀਆਂ ਇਕੱਠੀਆਂ ਹੋ ਜਾਣਗੀਆਂ? ਦੇਖੋ ਜੀ, ਸਾਨੂੰ ਤਾਂ ਪਤਾ ਹੀ ਹੈ ਇਹਨਾਂ ਦਾ ਇੱਕੋ ਹੀ ਮਕਸਦ ਆ ਵੀ ਆਮ ਆਦਮੀ ਪਾਰਟੀ ਕਿਸੇ ਸੱਤਾ 'ਚ ਨਾ ਆਵੇ। ਔਰ ਇਹ ਤਿੰਨੇ ਪਾਰਟੀਆਂ ਸੁਣੋ, ਇਹ ਨਹੀਂ ਆ ਦੋਨੋਂ ਕਾਂਗਰਸ ਦੀ ਧਿਰ ਵੀ ਇਹਨਾਂ ਨਾਲ ਰਲੀ ਹੋਈ ਆ। ਇਹਨਾਂ ਦਾ ਇੱਕੋ ਹੀ ਡਰਾਮਾ ਵੀ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਸਰਕਾਰ ਨਾ ਆਵੇ। ਠੀਕ ਹੈ, ਹਾਂਜੀ ਬੋਲੋ। ਦੇਖੋ ਜੀ, ਆਮ ਆਦਮੀ ਪਾਰਟੀ ਗੱਲ ਕਰਦੀ ਹੈ ਤੱਥਾਂ ਦੀ ਤਾਂ ਇੱਕ ਹਾਸਾ ਆਉਂਦਾ। ਦੇਖੋ ਜੀ, ਮੈਂ ਵਕੀਲ ਹਾਂ ਇੱਕ, ਇਹ ਕਹਿੰਦੇ ਆ ਜੀ ਅਸੀਂ ਤੱਥਾਂ ਦੇ ਆਧਾਰ ਤੇ ਇਲਜ਼ਾਮ ਲਾਉਂਦੇ ਆ ਕਿ ਜੀ ਫਿਰ ਕੇਜਰੀਵਾਲ ਨੇ ਵਿਕਰਮ ਮਜੀਠੀਆ ਦੇ ਕੋਲੋਂ ਮਾਫੀ ਕਿਉਂ ਮੰਗੀ ਪੰਜਾਬ 'ਚ ਆ ਕੇ? ਠੀਕ ਹੈ ਜੀ, ਉਦੋਂ ਤੁਹਾਡੇ ਤੱਥ ਤੇ ਤੁਹਾਡੇ ਉੱਥੇ ਸਬੂਤ ਕਿੱਥੇ ਗਏ ਸੀ? ਆ ਨਵਜੋਤ ਕੌਰ ਲੰਬੀ ਨਾ ਇਹ ਅਕਾਲੀ ਦਲ ਦੀ ਆ, ਨਾ ਬੀਜੇਪੀ ਦੀ ਆ, ਨਾ ਕਾਂਗਰਸ ਦੀ, ਇਹਨਾਂ ਦੀ ਯੁਵਾ ਨੇਤਾ ਸੀ, ਉਹ ਵੀ ਪੰਜਾਬ ਦੀ। ਉਹਨੇ ਇਲਜ਼ਾਮ ਲਾਏ ਆ ਵੀ 2017 ਦੇ ਵਿੱਚ ਜਿੰਨੀਆਂ ਠੱਗੀਆਂ ਕੀਤੀਆਂ, ਆ ਦੇਖੋ ਬ੍ਰੇਕਿੰਗ ਨਿਊਜ਼ ਹੈ ਜੀ, ਪੰਜਾਬ ਪੋਲਿਟਿਕਸ ਚੈਨਲ ਹੈ ਜੀ, ਇਹਨਾਂ ਨੂੰ ਕੋਈ ਇਹ ਖੰਡਨ ਕਰਦੇ ਆ ਨਾ, ਇਹਨਾਂ ਦਾ ਤਾਂ ਲੀਗਲ ਸੈੱਲ ਆਪਦਾ ਹੈਗਾ। ਇਹ ਡੈਫਾਮੇਸ਼ਨ ਦਾ ਕੇਸ ਕਿਉਂ ਨਹੀਂ ਪਾਉਂਦੇ? ਜੇ ਰਾਘਵ ਚੱਡਾ ਇੰਨਾ ਸੱਚਾ ਸੁੱਚਾ ਸੀ, ਜਦੋਂ ਮੀਡੀਆ ਨੇ ਉਹਨੂੰ ਬਚਾਇਆ, ਠੀਕ ਹੈ ਜੀ। ਤੇ ਪਰ ਨਾਲ ਦੀ ਨਾਲੇ ਤੁਸੀਂ ਵੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਦੀ ਲਹਿਰ ਜਿਹੜੀ ਆ ਪਹਿਲਾਂ ਵੀ ਬਹੁਤ ਸਿਖਰਾਂ ਤੇ ਸੀ, ਇਸ ਵਾਰ ਕਹਿੰਦੇ ਸਾਇਲੈਂਟ ਵੋਟ ਬੜੀ ਆ। ਤੇ ਨਾਲ ਦੀ ਨਾਲ ਇੱਕ ਗੱਲ ਦਾ ਹੋਰ ਗੱਲ ਦਾ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਭਗਵੰਤ ਮਾਨ ਵਾ 2 ਵਾਰ ਵਧੀਆ ਫਤਵਾ ਮਿਲਿਆ ਵੱਡੇ ਪੱਧਰ ਤੇ, ਧੂਰੀ ਤੋਂ ਇਸ ਵਾਰ ਗੋਲਡੀ ਦੇ ਆਪੋਜ਼ਿਟ ਖੜੇ ਆ। ਭਗਵੰਤ ਮਾਨ ਇਸ ਗੱਲ ਦਾ ਜ਼ਿਕਰ ਕਰ, ਜਦੋਂ ਵੀ ਉਹ ਆਮ ਲੋਕਾਂ ਦੇ ਵਿੱਚ ਆਉਂਦੇ ਆ ਤਾਂ ਲੋਕ ਇਕੱਠੇ ਹੁੰਦੇ ਆ। ਤੁਸੀਂ ਮੰਨਦੇ ਹੋ? ਮੇਰੀ ਗੱਲ ਸੁਣੋ ਜੀ, ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਦੀ ਲਹਿਰ ਬੜੀ ਸੀ। ਇਹਨਾਂ ਕੋਲੋਂ ਪੁੱਛੋ ਜਿਹੜੇ ਨੇਤਾ ਜਿਹੜੇ ਕਾਂਗਰਸ ਅਕਾਲੀ ਦਲ ਜਾਂ ਬੀਜੇਪੀ ਦੇ ਉੱਪਰ ਇਹ ਉਂਗਲਾ ਚੱਕਦੇ ਸੀ, ਇਹਨਾਂ ਨੇ ਕਿਹੜਾ ਇਹੋ ਜਿਹਾ ਚਸ਼ਮਾ ਪਾਣੀ ਦਾ ਬਣਾਇਆ ਹੋਇਆ ਵੀ ਜਦੋਂ ਉਹ ਬੰਦਾ ਇਹਨਾਂ ਦੀ ਪਾਰਟੀ ਦਾ ਦਰਵਾਜ਼ਾ ਟੱਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ? ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਇੰਨੀ ਲਹਿਰ ਹੈ ਵੀ 117 ਜਿਹੜੇ ਐਮਐਲਏ ਘੋਸ਼ਿਤ ਕੀਤੇ ਆ, ਉਹਦੇ ਵਿੱਚੋਂ 98 ਫੈਕਟ ਹੈ 98 ਉਹ ਟਿਕਟਾਂ ਦਿੱਤੀਆਂ ਜਿਹੜੀਆਂ ਦੂਸਰੀ ਪਾਰਟੀਆਂ ਤੋਂ ਆਏ ਆ। ਐਡੀ ਲਹਿਰ ਸੀ ਵੀ ਇਹਨਾਂ ਨੂੰ ਆਪਣੇ ਕੈਂਡੀਡੇਟ ਨਹੀਂ ਲੱਭੇ। ਬਾਈ ਜੀ ਕਹਿੰਦੇ ਕੈਂਡੀਡੇਟ ਲੱਭੇ ਨਹੀਂਗੇ, ਬਾਹਰੋਂ ਪਾਰਟ ਲੈਂਦੇ ਆ। ਜਿਹੜਾ ਵੀ ਬੰਦਾ ਪਾਰਟੀ 'ਚ ਆ ਜਾਂਦਾ ਵਾ ਉਹ ਸਾਫ਼ ਸੁਥਰਾ ਕਿਵੇਂ ਹੋ ਜਾਂਦਾ? ਦੇਖੋ ਇਸ ਤਰ੍ਹਾਂ ਵਾ, ਪਾਰਟੀ ਦੀ ਇੱਕ ਵਿਚਾਰਧਾਰਾ ਹੁੰਦੀ ਹੈ। ਜਦੋਂ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਪਬਲਿਕ ਵਿੱਚ ਲੈ ਕੇ ਜਾਂਦੇ ਹੋ ਤਾਂ ਕੋਈ ਵੀ ਬੰਦਾ, ਚਾਹੇ ਮੈਂ ਹੋਵਾਂ ਚਾਹੇ ਆਮ ਪਬਲਿਕ ਚਾਹੇ ਨੇਤਾ, ਪਾਰਟੀ ਦੀ ਵਿਚਾਰਧਾਰਾ ਤੋਂ ਕੋਈ ਵੀ ਲੀਡਰ ਪ੍ਰਭਾਵਿਤ ਹੋ ਕੇ ਸਾਡੇ ਕੋਲ ਆਏ, ਉਹ ਉਹਦਾ ਸਵਾਗਤ ਹੈ। ਇਹ ਮੇਰੇ ਭਰਾ ਨੇ ਦੋਨੋਂ ਬੀਜੇਪੀ, ਇਹ ਵੀ ਜੇ ਵਿਚਾਰਧਾਰਾ ਪ੍ਰਭਾਵਿਤ ਸਾਡੇ ਕੋਲ ਆਉਣਗੇ, ਅਸੀਂ ਇਹਨਾਂ ਨੂੰ ਵੀ ਜੱਫੀ ਪਾਵਾਂਗੇ। ਸੋ ਗੱਲ ਇਹ ਹੈ, ਜੇ ਇਹਨਾਂ ਦੀ ਗੱਲ ਕਰਦੇ ਆ ਕਾਂਗਰਸ ਦੀ ਲੀਡਰ ਤਾਂ ਅਸੀਂ ਨਹੀਂ, ਉਹ ਸਵਾਲ ਇਹ ਕਰਦੇ ਪਏ ਆ ਕਿ ਜਿਹੜਾ ਆਮ ਕਾਂਗਰਸ ਦਾ ਬੰਦਾ ਹੋਵੇ, ਕੋਈ ਹੋਰ ਪਾਰਟੀ ਦਾ ਬੰਦਾ ਹੋਵੇ, ਉਹ ਤੇ ਪਹਿਲਾਂ ਇਲਜ਼ਾਮ ਲੱਗਦੇ ਆ ਕਿ ਮਾੜਾ, ਜਦੋਂ ਪਾਰਟੀ 'ਚ ਆ ਜਾਂਦਾ ਤਾਂ ਸਾਫ਼ ਸੁਥਰਾ ਹੋ ਜਾਂਦਾ। ਮੈਂ ਤੁਹਾਨੂੰ ਇਹੀ ਲਫ਼ਜ਼ ਕਹਿ ਰਿਹਾ ਭਾਜੀ, ਇਹੀ ਲਫ਼ਜ਼ ਤੁਹਾਨੂੰ ਕਲੀਅਰ ਸਾਹਿਬ ਕਹਿ ਰਿਹਾ ਵਾਂ। ਆਪਾਂ ਆਮ ਜਨਤਾ ਵਾ, ਇੱਕੋ ਕਿਸੇ ਨਾ ਕਿਸੇ ਪਾਰਟੀ ਸਪੋਰਟ ਕਰਦੀ, ਕੋਈ ਕਾਂਗਰਸ ਦਾ ਹਮਾਇਤੀ ਹੈ, ਕੋਈ ਅਕਾਲੀ ਦਾ ਹਮਾਇਤੀ ਹੈ, ਕੋਈ ਬੀਜੇਪੀ ਦਾ। ਔਰ ਜੇ ਕੋਈ ਲੀਡਰ ਕਿਸੇ ਪਾਰਟੀ ਨੂੰ ਜੰਪ ਕਰਕੇ ਆ ਜਾਂਦਾ ਤੇ ਸਾਡੇ ਲੀਡਰ ਵੀ ਇਹਨਾਂ ਦੀਆਂ ਪਾਰਟੀਆਂ 'ਚ ਗਏ ਨੇ, ਇਹ ਉਹਨਾਂ ਨੂੰ ਇਹ ਜੱਫੀਆਂ ਪਾਉਂਦੇ ਨੇ। ਦੱਸੋ
ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਵਿਚਾਰਧਾਰਾ ਤੋਂ ਪ੍ਰਭਾਵਿਤ ਕੋਈ ਲੀਡਰ ਸਾਨੂੰ ਜੁਆਇਨ ਕਰਦਾ ਉਹ ਵੈਲਕਮ ਆ। ਬਾਕੀ ਇਹ ਆਮ ਲੋਕਾਂ ਦੀ ਇੱਕ ਵਿਚਾਰਧਾਰਾ ਬਣੀ ਹੋਈ ਆ। ਇਹ ਜੇ ਡਰਾਮਾ ਰਚ ਰਹੇ ਨੇ, ਲੋਕਾਂ ਨੂੰ ਇਹਨਾਂ ਦੇ ਡਰਾਮਿਆਂ ਦਾ ਪਤਾ ਲੱਗ ਗਿਆ ਵਾ। 10 ਮਾਰਚ ਨੂੰ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਦੇ ਹੱਕ ਜਾਊਗਾ ਔਰ ਕਲੀਅਰ ਮੈਜੋਰਟੀ ਨਾਲ ਭਗਵੰਤ ਮਾਨ ਜੀ ਸਰਕਾਰ ਬਣਾਉ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵਿਚਾਰਧਾਰਾ ਸਾਰੀ ਇਹ ਵਿਚਾਰਧਾਰਾ ਤਾਂ ਹੈਗੀ ਹੈ ਜੀ, ਬੋਲੀਆਂ ਲਾਉਂਦੇ ਆ 2 ਕਰੋੜ 4 ਕਰੋੜ 6 ਕਰੋੜ, ਜਿਹਦੀ ਬੋਲੀ ਵੱਧ ਉਹਨੂੰ ਟਿਕਟ ਮਿਲ ਜਾਂਦੀ ਹੈ। ਇਹ ਤਾਂ ਇਹਨਾਂ ਦੀ ਵਿਚਾਰਧਾਰਾ। ਇਹਨਾਂ ਕੋਲ ਵਿਜ਼ਨ ਕੀ ਹੈ? ਇਹਨਾਂ ਨੇ ਕਿੰਨੇ ਵਾਅਦੇ ਕੀਤੇ? ਨੌਕਰੀਆਂ ਦੇਵਾਂਗੇ। ਇਹਨਾਂ ਨੇ ਕੀ ਵਾਅਦਾ ਕੀਤਾ ਕਿ ਅਸੀਂ ਹੈਲਥ ਹਸਪੀਟਲ ਲੈ ਕੇ ਆਵਾਂਗੇ? ਆ ਸਿਵਲ ਹਸਪੀਟਲ ਦਾ ਹਾਲ ਦੇਖ ਲਓ, ਇਨਸਾਨਾਂ ਨਾਲੋਂ ਵੱਧ ਅੰਦਰ ਕੁੱਤੇ ਨੇ। ਅੱਜ ਕਿਸੇ ਨੂੰ ਰੱਬ ਨਾ ਕਰੇ ਗਰੀਬ ਬੰਦੇ ਨੂੰ ਬਿਮਾਰੀ ਲੱਗ ਜਾਵੇ, ਕੋਈ ਐਮਰਜੈਂਸੀ ਲੋਡ ਪੈ ਜਾਏ, ਕੋਈ ਹਾਰਟ ਅਟੈਕ ਆ ਜਾਏ, ਇਹਨਾਂ ਕੋਲ ਵੈਂਟੀਲੇਟਰ ਨਹੀਂ ਹੈਗਾ। ਇਹਨਾਂ ਨੂੰ ਪੁੱਛੋ ਇਹਨਾਂ ਦਾ ਵਿਜ਼ਨ ਕੀ ਹੈ? ਵਿਜ਼ਨ ਤਾਂ ਇਹਨਾਂ ਕੋਲ ਹੈ ਨਹੀਂ। ਬਸ ਠੀਕ ਹੈ, ਤੁਸੀਂ ਬੜੇ ਸੀਨੀਅਰ ਹੋ ਬੀਜੇਪੀ ਦੇ ਵਿੱਚ, ਤੁਸੀਂ ਇਸ ਹਲਕੇ ਦੇ ਵਿੱਚ ਵਿਚਰਦੇ ਹੋ। ਹਲਕੇ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਸਰਹੱਦੋਂ ਸਰਹੱਦ ਗੱਲ ਕਰਦੇ ਆ ਹਨਾ, ਡਾਬਰ ਸਾਹਿਬ ਦਾ ਕਿਵੇਂ ਦਾ ਰੁਤਬਾ ਰਿਹਾ ਵਾ ਇੱਥੇ? ਤੇ ਨਾਲ ਦੀ ਨਾਲ ਹੀ ਜੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਮੇਨ ਜਿਹੜੇ ਇਸ਼ੂ ਰਹੇ ਆ, ਨੈਗੇਟਿਵ ਇਸ਼ੂ ਕਿਹੜੇ ਰਹੇ ਆ? ਸਰ ਪਹਿਲੀ ਗੱਲ ਤਾਂ ਤੁਸੀਂ ਦੇਖੋ, ਮਾਈਕ ਲੈ ਕੇ ਜਨਤਾ ਦੇ ਕੋਲ ਗਏ ਸੀ, ਉੱਥੇ ਦੀ ਜਨਤਾ ਨੇ ਤੁਹਾਨੂੰ ਜਵਾਬ ਦੇ ਦਿੱਤਾ, ਕਿਉਂਕਿ ਜਿਹੜੇ ਬੰਦੇ ਨੇ ਕੰਮ ਕੀਤਾ ਹੁੰਦਾ ਹੈ, ਜਿਸ ਪਾਰਟੀ ਨੇ ਵਿਕਾਸ ਕੀਤਾ ਹੁੰਦਾ ਹੈ, ਉਹ ਵਿਕਾਸ ਮੂੰਹੋਂ ਬੋਲਦਾ, ਉਸ ਬੰਦੇ ਦਾ ਨਾਮ ਵੀ ਮੂੰਹੋਂ ਬੋਲਦਾ। ਉਹ ਮੇਰੇ ਵੀਰ ਖੜੇ ਆ ਛੋਟੇ, ਉਹਨਾਂ ਨੇ ਕਹਿਤਾ ਕਿ ਜੋ ਗੁਸਾਈ ਸਾਹਿਬ ਨੇ ਕੀਤਾ ਸੀ ਤੇ ਕ੍ਰੈਡਿਟ ਡਾਬਰ ਸਾਹਿਬ ਆਪ ਲੈ ਰਹੇ ਆ। ਠੀਕ ਹੈ, ਉਹਨਾਂ ਨੇ ਵੀ ਤੁਹਾਨੂੰ ਦਿਖਾਇਆ, ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਵੀ, ਕਿ ਨਾਲਾ ਸਿਰਫ ਇੱਕ ਕੱਲਾ ਨਾਲੇ ਛੱਤਣ ਦੀ ਰਾਜਨੀਤੀ ਸੀ, ਹੋਰ ਇਹਨਾਂ ਕੋਲ ਕੋਈ ਕੰਮ ਨਹੀਂ ਸੀ। 250 ਬੈੱਡ ਜਦੋਂ ਗੁਸਾਈ ਸਾਹਿਬ ਹੈਲਥ ਮਿਨਿਸਟਰ ਬਣੇ, ਮਾਤਰ 6-7 ਮਹੀਨਿਆਂ ਲਈ ਬਣੇ ਸੀਗੇ। 250 ਬੈੱਡ ਜਿਹੜਾ ਸੀ ਉਦੋਂ ਪਲੱਸ ਹੋਇਆ ਸੀ, ਗੁਸਾਈ ਸਾਹਿਬ ਦੇ ਵੇਲੇ ਹੋਇਆ ਸੀਗਾ। ਇੱਕ ਚੀਜ਼ ਸੈਂਟਰ ਹਲਕੇ ਦੇ ਵਿੱਚ ਇੱਕ ਚੀਜ਼ ਦੱਸਣ ਡਾਬਰ ਸਾਹਿਬ, ਜਿਹੜੀ ਇਹਨਾਂ ਨੇ ਕੰਪਲੀਟ ਕੀਤੀ ਹੋਵੇ ਜਾਂ ਇਹਨਾਂ ਨੇ ਸ਼ੁਰੂਆਤ ਕੀਤੀ ਹੋਵੇ, ਕੋਈ ਵੀ ਚੀਜ਼ ਜਨਤਾ ਦੇ ਸਹੂਲਤ ਵਾਸਤੇ ਸੈਂਟਰ ਹਲਕੇ ਦੇ ਵਿੱਚ ਦਿੱਤੀ ਹੋਵੇ, ਇੱਕ ਵੀ ਚੀਜ਼ ਨਹੀਂ ਦਿੱਤੀ। ਇਹਨਾਂ ਨੇ ਗੁੰਡਾਗਰਦੀ ਦਾ ਤੇ ਜੂਏ ਦੇ ਅੱਡਿਆਂ ਦਾ ਵਿਕਾਸ ਕੀਤਾ, ਕੱਖ ਨਹੀਂ ਕੀਤਾ ਇਹਨਾਂ ਨੇ। ਹਲਕਾ ਸੈਂਟਰ ਦੇ ਵਿੱਚ ਬੜਾ ਰੌਲਾ ਪੈਂਦਾ ਪਿਆ ਹੈ ਕਿ ਜੂਏ ਦੇ ਅੱਡੇ ਨੂੰ ਲੈ ਕੇ ਵਾਰ-ਵਾਰ ਰੌਲਾ ਪੈਂਦਾ। ਇੱਕ ਵਾਰ ਫੇਰ ਆਮ ਲੋਕਾਂ ਦੇ ਵਿੱਚ ਜਾਣੇ ਆ, ਹਲਕਾ ਸੈਂਟਰ ਦੇ ਵਿੱਚ ਜੂਏ ਤੋਂ ਬਿਨਾਂ ਕੋਈ ਚੰਗੇ ਕੰਮ ਵੀ ਕੀਤੇ ਹੋਣੇ ਆ ਬਾਈ ਜੀ। ਪਹਿਲੀ ਗੱਲ ਤਾਂ ਚੰਗਾ ਕੰਮ ਹੋਇਆ ਕੋਈ ਨਹੀਂ। ਦੂਜੀ ਗੱਲ ਭਾਈ, ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਹੈਗੇ। ਠੀਕ ਹੈ, ਜਿਹੜੀ ਗੱਲ ਸੱਚਾਈ ਆ ਉਹ ਦੱਸਾਂਗੇ। ਇਹ ਗੱਲ ਕਰਦੇ ਸੀਗੇ ਕਿ 5 ਕਰੋੜ 2 ਕਰੋੜ ਦੇ ਕੇ ਟਿਕਟ ਦਿੰਦੇ ਹਨਾ, ਆਪਣੇ ਭਦੌੜ ਤੋਂ ਕਿਹੜੇ ਨੇ ਉਹ? ਲਾਭ ਸਿੰਘ ਗੁੱਗੇ ਨੇ। ਠੀਕ ਆ, 2 ਕਮਰਿਆਂ ਦਾ ਘਰ ਆ ਉਹਨਾਂ ਦਾ, 2 ਕਮਰਾ ਦਾ ਘਰ ਆ ਉਹਨਾਂ ਦਾ। ਠੀਕ ਆ, ਉਹਨਾਂ ਨੂੰ ਟਿਕਟ ਮਿਲੀ ਆ। ਕਿੰਨਾ ਫੰਡ ਆ ਹੁਣ ਖੰਨੇ ਤੇ ਗੁਰਿੰਦਰ ਸਿੰਘ ਭੱਟੀ ਕੋਲ ਸਮਿਤੀ ਰਾਨੀ ਆ ਰਹੀ ਆ ਕਰਨ ਲਈ, ਘੱਟ ਪੈਸੇ ਲੱਗੇ ਆ ਉੱਥੇ। ਸਭ ਪੈਸੇ ਦੇ ਕੇ ਲੱਗਦੇ ਆ, ਜਿੰਨੇ 20-25 ਲੱਖ ਲਾ ਕੇ ਅਗਲੇ ਨੇ ਕੰਮ ਕਰਨਾ। ਭਾਜਪਾ ਨੇ ਕੀ ਕੀਤਾ? ਠੀਕ ਹੈ, ਸਾਡੇ ਜਿਹੜੇ ਇੱਥੇ ਕਿਸਾਨ ਮਰੇ ਆ, ਨਾਲੇ ਸਿਵਲ ਹਸਪੀਟਲ ਆ ਜਿਹੜਾ, ਉਹਨੂੰ ਸਿਵਲ ਹਸਪੀਟਲ ਕਿਉਂ ਕਹਿੰਦੇ ਆ? ਉਹਨੂੰ ਬੁੱਚੜਖਾਨਾ ਕਹੋ, ਬੁੱਚੜਖਾਨਾ ਉਹ ਸਿਵਲ ਹਸਪੀਟਲ। ਕਾਰਨ ਕੀ ਹੈ ਭਾਜੀ? ਤੁਸੀਂ ਦੇਖੋ, ਅਸੀਂ ਜਾ ਕੇ ਉੱਥੇ ਸਹੂਲਤ ਤਾਂ ਹੈ ਕੋਈ ਨਹੀਂ। ਠੀਕ ਆ, ਹਰ ਬੰਦੇ ਦੀ 2 ਘੰਟੇ ਬਾਅਦ ਵਾਰੀ ਆਉਂਦੀ ਆ। ਬੰਦਾ ਲਾਸਟ ਸਾਹ ਹੁੰਦਾ ਵਾ, ਉਹਨੇ ਜਦੋਂ ਪਰਚੀ ਕੱਟਦੀ, ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਵਾਰੀ 1.5 ਘੰਟੇ ਬਾਅਦ ਆਉਣੀ, ਤਾਂ 1.5 ਘੰਟੇ ਬਾਅਦ ਹੀ ਆਣੀ। ਉਦੋਂ ਤੱਕ ਤਾਂ ਬੰਦਾ ਨੂੰ ਮਰੇ ਨੂੰ ਵੀ 1.5 ਘੰਟਾ ਹੋ ਗਿਆ ਹੁੰਦਾ ਵਾ। ਦੇਖੋ, ਹਲਕਾ ਸੈਂਟਰ ਦੇ ਵਿਧਾਇਕ ਸਾਹਿਬ ਤੱਕ ਇਹ ਵੀਡੀਓ ਪਹੁੰਚ ਜਾਣੀ ਆ, ਕਾਂਗਰਸ ਵਾਲਿਆਂ ਕੋਲ ਵੀਡੀਓ ਪਹੁੰਚ ਜਾਣੀ ਆ। ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣੇ ਤੇ ਨਾਲ ਦੀ ਨਾਲ ਹੀ ਇੱਥੇ ਕਾਂਗਰਸ ਦਾ ਬੰਦਾ ਕੋਈ ਨਾ ਖੜਨਾ, ਇਹ ਕਿਤੇ ਨਾ ਕਿਤੇ ਤਾਂ ਸਵਾਲ ਚੁੱਕਦਾ ਹੈ। ਤੇ ਨਾਲ ਦੀ ਨਾਲ ਹੁਣ ਆਮ ਲੋਕ ਵੀ ਕਹਿਣ ਲੱਗ ਪਏ ਨੇ, ਬਖਲਾ ਗਏ ਨੇ ਹੁਣ, ਇਹ ਬਖਲਾ ਗਏ ਨੇ ਹੁਣ। ਤਾਂ ਹੀ ਤਾਂ ਆਏ ਪਤਾ ਵਾ, ਇੱਥੇ ਡਿਬੇਟ ਦੇ ਵਿੱਚ ਸਾਰੇ ਸਵਾਲ ਪੁੱਛੇ ਜਾਣੇ ਆ, ਇਹਨਾਂ ਕੋਲ ਜਵਾਬ ਹੈ ਕੋਈ ਨਹੀਂ। ਜੇ ਜਵਾਬ ਹੁੰਦੇ ਤਾਂ ਇੱਥੇ ਆਉਂਦੇ ਅੱਜ। ਠੀਕ ਹੈ, ਆਮ ਲੋਕ ਆ, ਤੁਸੀਂ ਯੂਥ ਹੋ, ਬਾਕੀ 3 ਪਾਰਟੀਆਂ ਖੜੀਆਂ ਵਾ, ਕਿਹੜੀਆਂ ਮੁੱਖ ਮੰਗਾਂ ਵਾ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਉਹ ਆਮ ਆਦਮੀ ਪਾਰਟੀ ਆ ਜੀ, ਉਹ ਬੀਜੇਪੀ ਆ ਜੀ, ਉਹ ਅਕਾਲੀ ਦਲ ਵਾਲੇ, ਕਿਹੜੀਆਂ ਮੁੱਖ ਮੰਗਾਂ ਜਿਹੜੀਆਂ ਹੋਣੀਆਂ ਚਾਹੀਦੀਆਂ? ਭਾਜੀ ਨੌਕਰੀ ਹੋਣੀ ਚਾਹੀਦੀਆਂ, ਪੜ੍ਹਾਈ ਵਧੀਆ ਹੋਣੀ ਚਾਹੀਦੀ ਆ, ਪਾਰਕਾਂ ਸਹੂਲਤਾਂ ਵਧੀਆ ਹੋਣੀ ਚਾਹੀਦੀਆਂ ਨੇ। ਠੀਕ ਆ ਨਾ, ਸਾਰਾ ਕੁਝ ਇਹ ਚੀਜ਼ਾਂ ਆਪਾਂ ਚਾਹੁੰਦਾ ਬੰਦਾ, ਹੋਰ ਕੀ ਚੀਜ਼ ਚਾਹੁੰਦਾ ਵਾ? ਅੱਛਾ, ਮੈਂ ਆਮ ਆਦਮੀ ਪਾਰਟੀ ਕੋਲ ਆ ਰਿਹਾ ਵਾਂ ਸਭ ਤੋਂ ਪਹਿਲਾਂ ਤਾਂ। ਅੱਛਾ, ਅਕਾਲੀ ਦਲ ਵਾਰ-ਵਾਰ ਸਵਾਲ ਚੁੱਕ ਰਿਹਾ, ਤੁਸੀਂ ਇਹ ਦੱਸੋ ਕਿ ਜੇ ਤੁਹਾਡੀ ਸਰਕਾਰ ਬਣਦੀ ਆ, ਨੌਜਵਾਨ ਦੀਆਂ ਬੜੀਆਂ ਮੰਗਾਂ ਵਾ, ਆਮ ਲੋਕਾਂ ਦੀਆਂ ਬੜੀਆਂ ਮੰਗਾਂ, ਤੇ ਤੁਹਾਡਾ ਸਵਾਲ ਕੀ ਹੈ? ਦੇਖੋ ਜੀ, ਪ੍ਰਕਾਸ਼ ਸਿੰਘ ਬਾਦਲ ਪਹਿਲੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਜਿਹੜੇ ਸਾਡਾ ਐਸਸੀ ਭਾਈਚਾਰਾ ਸੀ ਉਹਨਾਂ ਦਾ ਧਿਆਨ ਰੱਖਿਆ। ਨੀਲਾ ਕਾਰਡ ਧਾਰਕਾਂ ਨੂੰ, ਜਿਨ੍ਹਾਂ ਨੂੰ ਰਾਸ਼ਨ ਦਾ ਜਿਹੜੀ ਸਮੱਗਰੀ ਸੀ ਉਹ ਦਿੱਤੀ। ਪਹਿਲਾਂ 5 ਲੱਖ ਰੁਪਏ ਦਾ ਇਲਾਜ ਫ੍ਰੀ ਹੁੰਦਾ ਸੀ ਕਿਸੇ ਵੀ ਪ੍ਰਾਈਵੇਟ ਜਾਂ ਹਸਪੀਟਲ 'ਚ ਤੁਸੀਂ ਚਲ ਜਾਓ, ਉਹ ਅਕਾਲੀ ਦਲ ਨੇ ਕਿਹਾ ਹੁਣ 10 ਲੱਖ ਦਾ ਹੋਏਗਾ। ਠੀਕ ਹੈ ਜੀ, ਜਿਹੜੇ ਸਾਡੇ ਗਰੀਬ ਬੱਚੇ ਨੇ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ ਸੀ, ਉਹਨਾਂ ਦਾ ਸਟੂਡੈਂਟ ਕਾਰਡ ਬਣੇਗਾ ਜਿੱਥੇ 10 ਲੱਖ ਦਾ ਲੋਨ ਮਿਲੇਗਾ, ਜਿਹਦਾ ਕੋਈ ਇੰਟਰਸਟ ਨਹੀਂ ਹੋਏਗਾ। 7 ਸਾਲ ਬਾਅਦ ਜਦੋਂ ਬੱਚਾ ਆਪਣੀ ਪੜ੍ਹਾਈ ਪੂਰੀ ਕਰ ਲੇਗਾ ਉਦੋਂ ਲੋਨ ਧਾਰੇਗਾ। ਜਿਹੜੀਆਂ ਸਾਡੀਆਂ ਭੈਣਾਂ ਬੇਰੋਜ਼ਗਾਰ ਘਰੇ ਨੇ, ਉਹਨਾਂ ਨੂੰ ਘਰ ਦੇ ਵਿੱਚ ਕੰਮ ਸ਼ੁਰੂ ਕਰਨ ਲਈ 5 ਲੱਖ ਦਾ ਲੋਨ ਮਿਲੇਗਾ। ਠੀਕ ਹੈ ਜੀ, ਇਹ ਜਿਹੜੀਆਂ ਸਾਰੀਆਂ ਸਹੂਲਤਾਂ ਇਹ ਪਹਿਲਾਂ ਵੀ ਅਕਾਲੀ ਦਲ ਨੇ ਦਿੱਤੀਆਂ। ਜਿੰਨਾ ਪ੍ਰੋਗਰੈਸਿਵ ਪੰਜਾਬ ਹੋਇਆ ਉਹ ਅਕਾਲੀ ਦਲ ਵੇਲੇ ਹੋਇਆ। ਕੇਜਰੀਵਾਲ ਦੇ ਵੱਲੋਂ, ਨਵਜੋਤ ਸਿੰਘ ਸਿੱਧੂ ਦੇ ਵੱਲੋਂ ਭੈਣਾਂ ਬੀਬੀਆਂ ਨੂੰ ਵੱਡੇ ਦਾਅਵੇ ਕੀਤੇ ਗਏ ਆ, ਕੀ ਮੰਨਦੇ ਹੋ? ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਕਾਂਗਰਸ ਸਰਕਾਰ ਇਸ ਵੇਲੇ ਜਿਹੜੀ ਸਰਕਾਰ ਹੈ ਸਭ ਤੋਂ ਘਟੀਆ ਸਰਕਾਰ ਹੈ।
ਉਹਨਾਂ ਨੇ ਕੋਈ ਵੀ ਇਦਾਂ ਦਾ ਕੰਮ ਨਹੀਂ ਕੀਤਾ ਵੀ ਜਿਹੜਾ ਆਮ ਪਬਲਿਕ ਨੂੰ ਜਾਂ ਕਿਸੇ ਨੂੰ ਵੀ ਕੋਈ ਸਹੂਲਤ ਦੇ ਸਕੇ। ਉਹਨਾਂ ਨੇ ਸਿਰਫ ਜਿਹੜੇ ਹੁਣ ਆਖਰੀਲਾ ਟਾਈਮ ਆ ਗਿਆ ਤੇ ਉਹਨਾਂ ਨੇ ਬਸ ਲੋਲੀਪੌਪ ਵੰਡਣੇ ਸ਼ੁਰੂ ਕਰ ਦਿੱਤੇ ਆ ਗਰੀਬ ਜਨਤਾ ਨੂੰ, ਬਸ 10-10 20-20 ਹਜ਼ਾਰ ਰੁਪਏ ਨਾਲ ਇੰਪ੍ਰੈਸ ਕਰ ਰਿਹਾ ਵੀ ਉਹ ਸਾਡੇ ਕੰਨੀ ਵੋਟਾਂ ਪਾ ਦੇਣ। ਐਦਾਂ ਕਿਸੇ ਵੀ ਜਨਤਾ ਨੇ ਇਸ ਵਾਰੀ ਵੋਟ ਨਹੀਂ ਪਾਣੀ। ਉਹ ਸਾਰੇ ਅੱਜ ਕੱਲ੍ਹ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਸਭ ਪਤਾ ਹੈ ਵੀ ਅਸੀਂ ਕਿਹਨੂੰ ਪਾਣੀ ਹੈ, ਕਿਹਨੂੰ ਵੋਟ ਪਾਣੀ ਹੈ ਤੇ ਕਿਹਨੂੰ ਨਹੀਂ ਪਾਣੀ ਹੈ। ਜਿਹੜੇ ਕਾਂਗਰਸ ਸਰਕਾਰ ਦੇ ਸਾਡੇ MLA ਸਾਹਿਬ ਹੈ, ਉਹਨਾਂ ਨੇ ਕਦੀ ਵੀ ਸਾਨੂੰ 5 ਸਾਲ 'ਚ ਆ ਕੇ ਇਹ ਨਹੀਂ ਪੁੱਛਿਆ ਵੀ ਤੁਸੀਂ ਕਰੋਨਾ ਦੇ ਵਿੱਚ ਵੀ ਸਾਨੂੰ ਨਹੀਂ ਪੁੱਛਿਆ ਵੀ ਤੁਸੀਂ ਕਿੱਦਾਂ ਰਹਿ ਰਹੇ ਹੋ, ਤੁਹਾਡੇ ਘਰ ਦੇ ਹਾਲਾਤ ਕਿੱਦਾਂ ਹੈ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਉਹਨਾਂ ਨੇ ਬਸ ਸ਼ਰਾਬੀ ਕਬਾਬੀ ਜੂਏ ਜ਼ਮਾਨੇ ਭਰ ਦੀਆਂ ਲਾਟਰੀਆਂ ਗਰੀਬ ਬੰਦਿਆਂ ਦੇ ਘਰ ਹੀ ਉਜਾੜੇ ਆ। ਕੋਈ ਵੀ ਉਹਨਾਂ ਦਾ ਮੇਨ ਮਕਸਦ ਮੇਨ ਮੋਟਿਵ ਨਹੀਂ ਹੈ। ਹੁਣ ਬੀਜੇਪੀ ਵਾਲਿਆਂ ਨੂੰ ਇੱਕ ਸਵਾਲ ਹੈ ਕਿ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਆ, ਉਹ ਕਹਿੰਦੇ ਆ ਵਾਰ-ਵਾਰ ਡਬਲ ਇੰਜਨ ਦੀ ਸਰਕਾਰ ਲਿਆਓ ਤਾਂ ਸਭ ਕੁਝ ਵਧੀਆ ਹੋ ਜਾਊਗਾ। ਕੀ ਮੈਨੀਫੈਸਟੋ ਮੇਨ ਰਹੂਗਾ ਤੇ ਨਾਲ ਦੀ ਨਾਲ ਹੀ ਆਮ ਜਿਹੜੇ ਨੌਜਵਾਨ ਆ ਉਹਨਾਂ ਲਈ ਕੀ ਖਾਸ ਕਰੋਗੇ? ਸਭ ਤੋਂ ਪਹਿਲਾਂ ਤਾਂ ਜਦੋਂ ਪ੍ਰੈਸ ਵਾਲੇ ਵੀਰਾਂ ਨੇ ਸਾਡੇ ਸੈਂਟਰਲ ਹਲਕਾ ਤੋਂ ਗੁਰਦੇਵ ਸ਼ਰਮਾ ਦੇਬੀ ਜੀ ਜਿਹੜੇ ਸਾਡੇ ਕੈਂਡੀਡੇਟ ਨੇ, ਬਹੁਤ ਹੀ ਨੇਕ ਦਿਲ ਇਨਸਾਨ ਨੇ, ਕਿਉਂਕਿ ਜਿਨ੍ਹਾਂ ਨੇ ਪਿਛਲੇ ਚੋਣਾਂ ਤੋਂ ਬਾਅਦ ਲਗਾਤਾਰ ਕਰੋਨਾ ਦੇ ਵਿੱਚ ਵੀ ਸੇਵਾ ਕੀਤੀ, ਆਪਣੀ ਜੇਬ ਚੋਂ 35-40 ਲੱਖ ਰੁਪਈਆ ਲਾ ਕੇ ਲੋਕਾਂ ਤੱਕ ਕੱਚਾ ਰਾਸ਼ਨ ਤੇ ਪਕਾਇਆ ਹੋਇਆ ਰਾਸ਼ਨ ਹਰ ਬੰਦੇ ਦੀ ਮਦਦ ਕੀਤੀ। ਤੇ ਉਹਦੇ ਦੌਰਾਨ ਉਹ ਆਪ ਵੀ ਬਿਮਾਰ ਪੈ ਗਏ, ਪਰ ਉਹ ਸੇਵਾ ਜਿਹੜੀ ਨਿਰੰਤਰ ਉਹਨਾਂ ਦੀ ਜਾਰੀ ਰਹੀ ਹੈ। ਔਰ ਉਹਨਾਂ ਨੂੰ ਪੱਤਰਕਾਰ ਵੀਰ ਨੇ ਸਵਾਲ ਕੀਤਾ ਸੀ, ਕਹਿੰਦਾ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਤਾਂ ਉਹਨਾਂ ਨੇ ਜਵਾਬ ਬੜਾ ਵਧੀਆ ਦਿੱਤਾ ਸੀ। ਉਹ ਕਹਿੰਦੇ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ, ਸਾਡਾ ਮੁਕਾਬਲਾ ਵਿਕਾਸ ਦਾ ਆ। ਭਾਰਤੀ ਜਨਤਾ ਪਾਰਟੀ ਵਿਕਾਸ ਦੇ ਮੁੱਦੇ ਤੇ ਚੋਣ ਲੜੇਗੀ। ਔਰ ਤੁਹਾਨੂੰ ਪਤਾ ਲੱਗੇਗਾ ਜਿੱਥੇ ਜਿੱਥੇ ਵੀ ਦੇਖੋ ਤੁਸੀਂ ਬੀਜੇਪੀ ਦੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸਟੇਟ ਦੇ ਵਿੱਚ, ਉਹ ਸਟੇਟਾਂ ਨੇ ਆਪ ਹੀ ਕੀਤਾ ਆ। ਔਰ ਬੀਜੇਪੀ ਜਿਹੜੀ ਪੰਜਾਬ ਦੇ ਵਿੱਚ ਵੀ ਅਸੀਂ ਜਿਹੜੀ ਸਰਕਾਰ ਬਣਾਵਾਂਗੇ ਔਰ ਦੱਸਾਂਗੇ ਕਿ ਸਰਕਾਰ ਨਾਂ ਦਾ ਜਿਹੜਾ ਉਹ ਕੀ ਹੈ। ਮੈਂ ਪੰਜਾਬ ਦੀ ਜਨਤਾ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ 20 ਫਰਵਰੀ ਨੂੰ ਵੋਟਾਂ ਪੈਣੀਆਂ। ਕੱਲ ਕਾਂਗਰਸ ਦੇ ਰਾਹੁਲ ਗਾਂਧੀ ਜੀ ਨੇ ਚਰਨਜੀਤ ਸਿੰਘ ਚੰਨੀ ਜੀ ਨੂੰ ਸੀਐਮ ਕੈਂਡੀਡੇਟ ਘੋਸ਼ਿਤ ਕਰਤਾ। ਇਹ ਚਰਨਜੀਤ ਸਿੰਘ ਚੰਨੀ ਜੀ ਬਾਰੇ ਮੈਂ 2-4 ਲਾਈਨਾਂ ਦੱਸਣਾ ਚਾਹੁੰਦਾ। ਇਹ ਉਹ ਇਨਸਾਨ ਨੇ ਜਿਹੜੇ ਕਿ ਘਰ ਬੈਠੇ ਐਲਾਨ ਕਰ ਦਿੰਦੇ 100 ਰੁਪਏ ਅਸੀਂ ਕੇਬਲ ਦੇਵਾਂਗੇ। ਤੇ ਜਦੋਂ ਕੇਬਲ ਵਾਲਾ ਘਰ ਜਾ ਕੇ ਪੈਸੇ ਲੈਣ ਆਉਂਦਾ ਨਾ, ਤੇ ਉਹ ਕਹਿੰਦੇ ਜੀ ਚੰਨੀ ਨਹੀਂ, ਚੰਨੀ ਦੇ ਪਿਓ ਕੋ ਜਾ ਕੇ ਲੋ, ਅਸੀਂ ਤਾਂ 400 ਰੁਪਈਆ ਹੀ ਲੈਣਾ। ਇਹ ਚੰਨੀ ਉਹ ਇਨਸਾਨ ਹੈ ਜਿਹੜਾ ਕਹਿੰਦਾ ਸੀ 5 ਰੁਪਏ ਫੁੱਟ ਰੇਤਾ ਦਊਂਗਾ। ਰੱਬ ਦਾ ਵਾਸਤਾ ਹੱਥ ਜੋੜ ਕੇ ਬੇਨਤੀ ਹੈ, ਇਸ ਵਾਰ ਗੁੰਮਰਾਹ ਨਾ ਹੋਈਓ। ਕਾਰਨ ਇਹ ਹੈ ਜੇ ਤੁਸੀਂ 5 ਸਾਲ ਫਿਰ ਇਹਨੂੰ ਮੌਕਾ ਦੇਤਾ, ਇਹਨੇ ਤਾਂ ਲੋਕਾਂ ਦੇ ਭਾਂਡੇ ਵੀ ਵਿਕਾ ਦੇਣੇ ਆ। ਇੰਨਾ ਬੁਰਾ ਇਹ ਚਰਨਜੀਤ ਚੰਨੀ ਨੂੰ ਵੋਟ ਨਾ ਪਾਇਓ, ਕਿਉਂਕਿ ਇਹ ਝੂਠਾ ਐਲਾਨ ਜੀ ਚੰਨੀ ਹੈ। ਇਹਨੇ ਕੁਝ ਨਹੀਂ ਕਰਨਾ, ਇਹਨੇ ਪੰਜਾਬ ਦਾ ਬੇੜਾ ਗਰਕ ਕਰਤਾ। ਪਿਛਲੇ ਦਿਨੀ ਇਹਦੇ ਭਾਂਜੇ ਕੋਲੋਂ 10 ਕਰੋੜ ਰੁਪਏ ਨਕਦੀ ਫੜੀ ਗਈ। ਇਹ ਹਜੇ 111 ਦਿਨ ਦਾ ਮੁੱਖ ਮੰਤਰੀ ਸੀ, 10 ਕਰੋੜ ਫੜਿਆ ਗਿਆ। ਜੇ 5 ਸਾਲ ਨੇ ਰਾਜ ਕਰਤਾ, ਹਜ਼ਾਰਾਂ ਕਰੋੜ ਰੁਪਏ ਤੁਹਾਡੇ ਮੇਰੇ ਵਰਗੇ ਦੀ ਲੋਕਾਂ ਦੀ ਜੇਬਾਂ 'ਚ ਜਾਣੇ ਆ। ਇਸ ਕਰਕੇ ਸੋਚ ਵਿਚਾਰ ਕਰਕੇ 20 ਤਰੀਕ ਨੂੰ ਕਮਲ ਦੇ ਫੁੱਲ ਤੇ ਵੋਟ ਤੇ ਪਾਈਓ, ਤਾਂ ਕਿ ਮੋਦੀ ਜੀ ਜਿੱਦਾਂ ਆਪਣੇ ਹਿੰਦੁਸਤਾਨ ਦਾ ਉਧਾਰ ਕਰ ਰਹੇ ਉਦਾਂ ਹੀ ਪੰਜਾਬ ਦਾ ਉਧਾਰ ਕਰ ਸਕਣ। ਕਮਲ ਦੇ ਉਹ ਕਹਿੰਦੇ ਫੁੱਲ ਤੇ ਵੋਟ ਪਾਇਓ। ਤੇ ਤੁਸੀਂ ਦੱਸੋ ਜੀ, ਐਲਾਨ ਜਿੱਤ ਕਹਿੰਦੇ ਆ ਵਾਰ-ਵਾਰ 111 ਦਿਨ ਦੇ ਵਿੱਚ ਕਹਿੰਦੇ ਕਰੋੜਾਂ ਰੁਪਏ ਛਾਪ ਲਿਆ, ਕੀ ਮੰਨਦੇ ਹੋ? ਦੇਖੋ ਇਹ ਤਾਂ ਸੱਚਾਈ ਹੈ, ਇਹ ਸੱਚਾਈ ਹੈ। ਔਰ ਮੋਦੀ ਸਾਹਿਬ ਵੀ ਇਹਨਾਂ ਦੀ ਪਾਰਟੀ ਜੇ ਸੈਂਟਰ ਵਿੱਚ ਵੀ ਘਪਲੇ ਹੋ ਰਹੇ ਨੇ। ਰਹੀ ਗੱਲ ਅਕਾਲੀ ਦਲ ਦੀ, 94 ਸਾਲ ਦੀ ਉਮਰ ਵਿੱਚ ਵੀ ਜਦੋਂ ਬੰਦਾ ਉੱਠ ਨਹੀਂ ਹੁੰਦਾ ਹੈਗਾ, ਉਸ ਦੇ ਬਾਵਜੂਦ ਵੀ ਇੰਨਾ ਸੱਤਾ ਦਾ ਲਾਲਚ ਆ ਵੀ ਫ੍ਰੀ ਦੇ ਹੈਲੀਕਾਪਟਰਾਂ ਮੌਜਾਂ ਕਰੀਏ, ਸਰਕਾਰੀ ਕੋਠੀਆਂ ਆਨੰਦ ਮਾਣੀਏ। 94 ਸਾਲ ਜਦੋਂ ਉੱਠ ਨਹੀਂ ਹੁੰਦਾ, ਜਦੋਂ ਬੰਦਾ ਰੈਸਟ ਕਰਨ ਦੀ ਉਮਰ ਆ, ਰੈਸਟ ਅੱਜ ਪੋਜੀਸ਼ਨ ਆ ਵੀ 4 ਬੰਦੇ ਉਹਨੂੰ ਚੱਕ ਕੇ ਖੜਾ ਕਰਦੇ ਨੇ। ਇਸ ਦੇ ਬਾਵਜੂਦ ਵੀ ਇੰਨਾ ਸ਼ੌਕ ਆ ਲੜਨ ਦਾ ਵੀ ਕਿਸੇ ਤਰੀਕੇ ਨਾਲ MLA ਬਣ ਜਾ, ਸੱਤਾ ਸੁੱਖੋ ਕਰ ਰਹੀ ਗੱਲ। ਸਾਨੂੰ ਸੈਕੰਡ ਟਾਈਮ ਮੈਂਡੇਟ ਦਿੱਤਾ ਸੀ ਜਦੋਂ 350 ਤੋਂ ਵੱਧ MP ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਬੀਜੇਪੀ ਨੇ ਡਿਪਿਊਟ ਕਰਤੇ ਸੀ। ਪੈਸੇ ਦੀ ਖੁੱਲੀਆਂ ਝੋਲੀਆਂ ਖੋਲ੍ਹਤੀਆਂ ਸੀ ਵੀ ਪੈਸੇ ਲੈ ਲਓ। ਦਿੱਲੀ ਵਾਲੇ ਲੋਕਾਂ ਨੂੰ ਕਿਹਾ ਸੀ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਦਿੱਲੀ ਦੀ ਜਨਤਾ ਬਹੁਤ ਜਾਗਰੂਕ ਸੀ, ਪੜ੍ਹੀ ਲਿਖੀ ਜਨਤਾ ਸੀ, ਉਹਨਾਂ ਨੇ ਇਹਨਾਂ ਨੂੰ ਨਕਾਰਤਾ। ਉਹੀ ਕੰਮ ਇੱਥੇ ਹੋਣਾ। ਬੀਜੇਪੀ ਦੀ ਸਰਕਾਰ ਨਹੀਂ ਆਊਗੀ, ਨਾ ਅਕਾਲੀਆਂ ਸਰਕਾਰ ਆਊਗੀ। ਕਾਂਗਰਸ ਆਈ ਫੇਲ ਸਰਕਾਰ ਆ। ਐਲਾਨਜੀਤ ਮੁੱਖ ਮੰਤਰੀ 111 ਨੇ ਉਹਦੇ ਭਾਂਜੇ ਕੋਲ 10 ਕਰੋੜ ਫੜਿਆ ਗਿਆ। ਇਹ ਜ਼ਾਲਿਮ ਨੇ, ਠੱਗਾਂ ਦੀ ਸਰਕਾਰ ਆ। ਆਮ ਆਦਮੀ ਪਾਰਟੀ ਸਰਕਾਰ ਉਹ ਕਲੀਅਰ ਮੈਂਡੇਟ ਪੈਸੇ ਫੜੇਗੇ, ਇਹ ਪੈਸੇ ਲੈ ਕੇ ਟਿਕਟਾਂ ਵੇਚਦੇ, ਫਰਕ ਇੰਨਾ ਹੀ ਹੈ, ਹੋਰ ਕੋਈ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕਿਉਂ ਖੜੇ ਲੰਮੀ ਤੋਂ, ਤੇ ਨਾਲ ਦੀ ਨਾਲ ਹੀ ਉਹ ਕਹਿੰਦੇ ਆ ਕਿ ਹੁਣ ਉਹਨਾਂ ਦਾ ਤਾਂ ਆਰਾਮ ਕਰਨ ਦਾ ਸਮਾਂ ਸੀ। ਦੇਖੋ ਜੀ, ਇਹ ਉਹ ਪਾਰਟੀ ਹੈ ਜਿਨ੍ਹਾਂ ਨੇ ਝਾੜੂ ਰੱਖਿਆ ਹੋਇਆ ਸਿਰਫ ਲੋਕਾਂ ਦੇ ਬੂਹੇ ਤੇ ਮਾਰਨ ਲਈ। ਆਪਦੀ ਮੰਜੀ ਥੱਲੇ ਕਦੀ ਇਹ ਨਹੀਂ ਮਾਰਦੇ ਝਾੜੂ। ਇਹ ਕਹਿੰਦੇ ਇਹ ਸੱਤਾ ਦਾ ਸੁੱਖ। ਉਹ ਕੇਜਰੀਵਾਲ ਤਾਂ ਉਹ ਬੰਦਾ ਜਿਹਨੇ ਆਪਦੇ ਜਵਾਕਾਂ ਦੀ ਸਹੁੰ ਖਾਦੀ ਸੀ TV ਤੇ ਵੀ ਮੈਂ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਨਹੀਂ ਕਰੂੰਗਾ
ਤੇ ਜਦੋਂ ਸੱਤਾ ਦਾ ਕੁਰਸੀ ਦਾ ਨਸ਼ਾ ਚੜਿਆ, ਉਹ ਕਿਹੜੇ ਜਵਾਕਾਂ ਨੂੰ ਵੀ ਭੁੱਲ ਗਿਆ। ਜਿਹੜੀ ਸ਼ੀਲਾ ਨੂੰ ਮੁੰਨੀ ਨਾਲੋਂ ਬਦਨਾਮ ਕਹਿੰਦਾ ਸੀ, ਸ਼ੀਲਾ ਨੂੰ ਐਡਾ ਕੁਝ ਕਹਿੰਦਾ ਸੀ, ਅਸੀਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦੇ। ਦੇਖੋ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਤੇ ਜਾ ਕੇ ਉਸੇ ਸ਼ੀਲਾ ਭੂਆ ਦੇ ਜਾ ਕੇ ਪੈਰੀ ਫੜ ਕੇ ਸਰਕਾਰ ਬਣਾਈ ਸੀ। ਇਹ ਗੱਲ ਕਰਦੇ ਆ ਜੀ ਵੀ ਐਮਪੀ ਦੇ ਚੋਣਾਂ ਦੇ ਵਿੱਚ ਮੈਨੂੰ ਲੱਗਦਾ ਮੇਰੇ ਪ੍ਰਵਕਤਾ ਕਨਫਿਊਜ਼ ਹੋ ਗਏ ਨੇ। ਸਵੇਰੇ ਨਾਸ਼ਤਾ ਮੈਨੂੰ ਲੱਗਦਾ ਭਾਬੀ ਨੇ ਕਰਵਾਇਆ ਨਹੀਂ, ਇਹਨਾਂ ਨੂੰ ਅਸੀਂ ਨਾਸ਼ਤਾ ਕਰਾਉਂਦੇ ਆ। ਉਹ ਪੁੱਛੋ ਕਿਹੜਾ ਤੁਹਾਡਾ ਐਮਪੀ ਜਿੱਤਿਆ ਦਿੱਲੀ ਦੇ ਵਿੱਚ, ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ? ਉਹ ਕਹਿੰਦੇ ਜੀ, ਕਹਿੰਦੇ ਭਾਬੀ ਨੇ ਨਾਸ਼ਤਾ ਨਹੀਂ ਕਰਾਇਆ, ਕਿਹੜਾ ਐਮਪੀ ਜਿੱਤਿਆ? ਦੇਖੋ ਮੇਰੀ ਗੱਲ ਸੁਣੋ, ਜੋ ਕਹਿਣ ਠੀਕ ਹੈ। ਨਾਸ਼ਤਾ ਤਾਂ ਵੀਰ ਨੂੰ ਮੈਂ ਆਪਣੇ ਘਰ ਲੈ ਕੇ ਜਾਊਂਗਾ, ਲੰਚ ਕਰਾਂਗਾ। ਨਾਸ਼ਤੇ ਟਾਈਮ ਨਿਕਲ ਗਿਆ, ਬੁਖਲਾਏ ਹੋਏ ਸਾਡੇ ਤੇ ਕੋਈ ਵੀ ਇਲਜ਼ਾਮ ਲਾ ਸਕਦੇ ਨੇ। ਇਹਨਾਂ ਨੂੰ ਪਤਾ ਵੀ ਸਾਡਾ ਹੁਣ ਕੋਈ ਆਧਾਰ ਨਹੀਂ ਰਿਹਾ, ਸਾਡਾ ਕੋਈ ਆਧਾਰ ਨਹੀਂ ਰਿਹਾ। ਤੁਸੀਂ ਇਹ ਦੱਸੋ ਕਲੀਅਰ, ਸਾਡੇ ਐਮਐਲਏ ਮੈਜੋਰਟੀ ਹੈ ਕਿ ਨਹੀਂ ਹੈ? ਤੁਸੀਂ ਅਲਾਈਅੰਸ ਕੀਤਾ ਕਿ ਨਹੀਂ ਕੀਤਾ? ਦੇਖੋ ਜੀ, ਜਿਹੜਾ ਬੱਚਿਆਂ ਦੀ ਸੌ ਖਾ ਕੇ ਤੁਹਾਡਾ ਸਰਫਾ ਬੀਜੇਪੀ ਦੇ ਕਮਲ ਦੇ ਫੁੱਲ ਤੇ ਖੜ ਰਿਹਾ ਸੀ। ਤੁਹਾਡਾ ਆਧਾਰ ਕੀ ਹੈ? ਨਾ ਤੁਹਾਡਾ ਦਿੱਲੀ ਆਧਾਰ, ਨਾ ਤੁਹਾਡਾ ਪੰਜਾਬ ਵਿੱਚ ਕੋਈ ਆਧਾਰ। ਦਿੱਲੀ ਦੇ ਵਿੱਚ ਇੱਕੋ ਸੀਟ ਤੇ ਅਕਾਲੀ ਦਲ ਲੜੀ ਸੀ। ਮੇਰੇ ਖਿਆਲ ਨਾਲ ਫੇਰ ਭੁੱਲ ਜਾਂਦੇ ਆ, ਮਨਜਿੰਦਰ ਸਿੰਘ ਸਿਰਸਾ ਉੱਥੋਂ ਜਿੱਤੇ ਸੀ, ਚਾਹੇ ਉਹ ਹੁਣ ਬੀਜੇਪੀ 'ਚ ਚਲੇ ਗਏ ਆ, ਪਰ ਉਹ ਇੱਕੋ ਅਸੀਂ ਸੀਟ ਤੇ ਲੜੇ ਸੀ। ਚੰਡੀਗੜ੍ਹ ਦੇ ਵਿੱਚ ਇੱਕੋ ਸੀਟ ਤੇ ਅਸੀਂ ਐਮਸੀ ਦੇ ਲੜੇ, ਔਰ ਸਾਰਿਆਂ ਨਾਲੋਂ ਵੱਧ ਵੋਟਾਂ 2000 ਤੋਂ ਉੱਪਰ ਦੇ ਸ਼ੇਅਰ ਨਾਲ ਜਿੱਤੇ। ਦਿੱਲੀ ਦੇ ਵਿੱਚ ਤੁਹਾਡਾ ਪ੍ਰਭਾਵ ਹੈ ਤੇ ਇੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਪ੍ਰਭਾਵ। ਜੇ ਤੁਸੀਂ ਗੱਲ ਕਰੋ ਜੀ, ਦੇਖੋ ਦਿੱਲੀ ਮਾਡਲ ਕਰੋਨਾ ਦੇ ਵਿੱਚ, ਮੇਰਾ ਭਰਾ ਦੱਸ ਇੱਕ ਮਿੰਟ ਜੀ, ਕਰੋਨਾ ਦੇ ਵਿੱਚ ਇਹ ਦੱਸਣ ਵੀ ਜੇ ਦਿੱਲੀ ਮਾਡਲ ਇੰਨਾ ਸਟਰੋਂਗ ਸੀ। ਦੇਖੋ ਗੁਰਦੁਆਰੇ ਮੰਦਿਰ ਸੰਗਤਾਂ ਦੇ ਪੈਸੇ ਨਾਲ ਚੱਲਦੇ ਆ, ਆਕਸੀਜਨ ਦਿੱਲੀ ਦੇ ਵਿੱਚ ਹੈ ਨਹੀਂ ਸੀ। ਇਹਨਾਂ ਦਾ ਆਪਦਾ ਐਮਐਲਏ ਉਹਨੇ ਟਵੀਟ ਤੱਕ ਕੀਤਾ ਵੀ ਮੈਨੂੰ ਆਕਸੀਜਨ ਦੀ ਲੋੜ ਹੈ। ਆਪਦੇ ਐਮਐਲਏ ਨੂੰ ਇਹ ਬਚਾ ਨਹੀਂ ਸਕੇ ਤੇ ਲੋਕਾਂ ਨੂੰ ਗੁਰਦੁਆਰੇ ਤੇ ਮੰਦਿਰਾਂ ਨੇ ਆਕਸੀਜਨ ਪ੍ਰੋਵਾਈਡ ਕਰਾਇਆ। ਇਹ ਦਿੱਲੀ ਮਾਡਲ। ਤੁਸੀਂ ਇਹ ਮੰਨਦੇ ਹੋ ਕਿ ਜਦੋਂ ਕੋਵਿਡ ਦਾ ਦੌਰ ਚੱਲਦਾ ਪਿਆ ਸੀ, ਟਵੀਟ ਹੋਏ ਸੀ? ਇਹ ਮੈਂ ਵੀ ਮੰਨਦਾ। ਦੇਖੋ ਟਵੀਟ ਹੋਏ ਨੇ, ਗੁਰਦਾਰੇ ਮੰਦਿਰ ਕੀ ਅਕਾਲੀ ਦਲ ਦੇ ਨੇ? ਇਹ ਪਾਰਟੀਆਂ ਗੋਲਕਾ ਚੋਰ ਪਾਰਟੀ ਆ, ਇਹ ਗੋਲਕਾਂ ਚੋਂ ਪੈਸੇ ਲੈਂਦੇ ਨੇ। ਇੱਕ ਸਿਰਫ ਆਮ ਆਦਮੀ ਪਾਰਟੀ ਜੇ ਸਰਕਾਰ ਆ, ਲੋਕਾਂ ਵਾਸਤੇ ਕੰਮ ਕਰਦੀ ਹੈ। ਇਹ ਗੋਲਕ ਚੋਰ ਪਾਰਟੀ ਹੈ, ਸਭ ਨੂੰ ਪਤਾ। ਇਹ ਜਿੱਥੇ ਗੁਰਦਾਰਾ ਸਾਹਿਬ ਦੇ ਉੱਪਰ ਆਪਣਾ ਅੱਡਾ ਜਮਾ ਲੈਂਦੇ ਨੇ, ਕੀ ਇਹ ਇਕੱਲੇ ਠੇਕੇਦਾਰ ਨੇ? ਕੀ ਦੂਜੀਆਂ ਪਾਰਟੀਆਂ ਸਿੱਖ ਹੈ ਨਹੀਂ? ਕਿ ਦੂਜੀਆਂ ਪਾਰਟੀ ਹਿੰਦੂ ਹੈ ਨਹੀਂ? ਜੇ ਟਵੀਟ ਕਰਤਾ, ਦੇਖੋ ਟਵੀਟ ਕੀਤਾ, ਟਵੀਟ ਕਰਨਾ ਹੈਲਦੀ ਦੇਖੋ ਹੈਲਦੀ ਪੋਲਿਟਿਕਸ ਆ। ਗੁਰੂ ਸਾਹਿਬ ਨੇ ਜੋ 13 ਦਾ ਜੋ ਲੰਗਰ ਚਲਾਇਆ ਸੀ, ਉਹ ਅੱਜ ਵੀ ਚੱਲਦਾ ਸਾਰੇ ਸੰਸਾਰ ਦੇ ਵਿੱਚ। 150 ਤੋਂ ਵੱਧ ਮੁਲਕਾਂ ਦੇ ਗੁਰੂ ਸਾਹਿਬ ਦੀ ਜਿਹੜੀ ਰਵਾਇਤ ਚੱਲ ਰਹੀ ਹੈ ਲੰਗਰ ਦੀ, ਉਹ ਪ੍ਰਥਾ ਚੱਲਦੀ ਰਹਿਣੀ ਚਾਹੀਦੀ ਹੈ। ਉੱਥੇ ਕੋਈ ਅਕਾਲੀ ਦਲ ਨਹੀਂ ਹੈ, ਉੱਥੇ ਕੋਈ ਕਾਂਗਰਸ ਨਹੀਂ ਹੈ, ਉੱਥੇ ਕੋਈ ਬੀਜੇਪੀ ਨਹੀਂ ਹੈ। ਅੱਛਾ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਪਏ ਆ ਕਿ ਉਹ ਜਿਹੜੀ ਗੁਰਦੁਆਰਾ ਸਾਹਿਬ ਜਾਂ ਮੰਦਿਰਾਂ ਦੀ ਹੈਗੀ ਆ, ਉਹ ਅਕਾਲੀਆਂ ਠੇਕਾ ਲਿੱਤਾ ਨਹੀਂ। ਤੁਸੀਂ ਕੀ ਕਹਿੰਦੇ ਹੋ? ਅਕਾਲੀਆਂ ਦੱਸੋ ਕੀ ਕਹਿੰਦੇ ਹੋ? ਮੈਂ ਇਹ ਕਹਿੰਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਨਾ, ਉਹ ਸਭ ਦਾ ਸਾਂਝਾ ਹੁੰਦਾ। ਉੱਥੇ ਕੋਈ ਵੀ ਧਰਮ ਦਾ ਬੰਦਾ ਆ ਕੇ ਖਾਣਾ ਖਾ ਸਕਦਾ ਹੈ। ਤੇ ਆਪਾਂ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਆਪਾਂ ਗੁਰਦੁਆਰਾ ਸਾਹਿਬ ਨੂੰ ਰਾਜਨੀਤੀ ਨਾ ਕਰੀਏ। ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੀ ਜਗ੍ਹਾ ਰੱਖੀਏ, ਰਾਜਨੀਤੀ ਨੂੰ ਰਾਜਨੀਤੀ ਦੀ ਜਗ੍ਹਾ ਰੱਖੀਏ। ਠੀਕ ਹੈ, ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਕਰੀਏ ਤੇ ਰਾਜਨੀਤੀ ਨਾ ਕਰੀਏ। ਅਕਾਲੀ ਦਲ ਤੇ ਕਈ ਵਾਰ ਇਹ ਵੀ ਇਲਜ਼ਾਮ ਲੱਗਿਆ ਕਿ ਐਸਜੀਪੀਸੀ ਚੋਣਾਂ ਹੋਣ ਜਾਂ ਕੋਈ ਗੁਰਦੁਆਰਾ ਸਾਹਿਬ ਦੀ ਗੱਲ ਹੋਵੇ, ਅਕਾਲੀ ਦਲ ਹਮੇਸ਼ਾ ਉੱਤੇ ਪਕੜ ਬਣਾਈ ਰੱਖਦਾ। ਦੇਖੋ ਜੀ, ਐਸਜੀਪੀਸੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਇੱਕ ਡੈਮੋਕ੍ਰੈਟਿਕ ਫੰਕਸ਼ਨ ਹੈ। ਉਹਦੇ 'ਚ ਸਿਰਫ ਇਹ ਨਹੀਂ ਹੈ ਵੀ ਅਕਾਲੀ ਦਲ ਆਪਣੇ ਕੈਂਡੀਡੇਟ ਖੜਾ ਕਰਦਾ ਜੀ। ਅਕਾਲੀ ਦਲ ਮਾਨ ਦੇ ਵੀ ਹੁੰਦੇ ਆ, ਅਕਾਲੀ ਦਲ ਅੰਮ੍ਰਿਤਸਰ ਦੇ ਵੀ ਹੁੰਦੇ ਆ। ਪਿੱਛੇ ਜੇ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਆਪਣੇ ਨੁਮਾਇੰਦੇ ਖੜੇ ਕੀਤੇ। ਆਮ ਆਦਮੀ ਪਾਰਟੀ ਨੂੰ ਕੌਣ ਰੋਕ ਰਿਹਾ? ਅਸੀਂ ਤਾਂ ਕਹਿ ਰਹੇ ਹਾਂ ਤੁਸੀਂ ਐਸਜੀਪੀਸੀ ਵੀ ਚੋਣਾਂ ਲੜੋ। ਦੇਖੋ ਜੇ ਆਧਾਰ ਹੋਏਗਾ ਤਾਂ ਹੀ ਚੋਣਾਂ ਲੜਨਗੇ। ਮੈਂ ਪਹਿਲਾਂ ਦੱਸ ਕੇ ਹੱਸਦੇ ਆ ਵੀ 117 ਦੇ ਵਿੱਚੋਂ 98 ਇਹਨਾਂ ਦੇ ਉਹ ਕੈਂਡੀਡੇਟ ਨੇ ਜਿਹੜੀ ਬਾਕੀ ਪਾਰਟੀਆਂ ਚੋਂ ਆਏ ਆ। ਤੁਸੀਂ ਇਹ ਦੇਖੋ ਜੀ, ਜਿਹੜੀ ਇਹ ਕਰਦੇ ਆ ਜੀ ਮੌਲਿਕ ਸੁੱਖ ਸੁਵਿਧਾ ਦੀ ਗੱਲ, ਮੋਹਾਲੀ ਦੇ ਵਿੱਚ 2 ਘੰਟੇ ਪਹਿਲਾਂ ਕੈਂਡੀਡੇਟ ਜੁਆਇਨ ਕਰ ਰਿਹਾ ਤੇ ਨਾਲ ਦੀ ਨਾਲ ਉਹਨੂੰ ਟਿਕਟ ਦਿੱਤੀ ਜਾ ਰਹੀ ਹੈ, ਕਿਉਂਕਿ ਉਹ ਕਰੋੜਪਤੀ ਨਹੀਂ, ਉਹ ਅਰਬਾਪਤੀ ਸੀ। ਤੇ ਕਿੱਡਾ ਰੌਲਾ ਪਿਆ ਵੀ ਕਿੰਨੇ ਕਰੋੜਾਂ ਰੁਪਏ ਦੇ ਕੇ ਸੀਟ ਖਰੀਦੀ ਗਈ। ਉੱਥੇ ਗੋਲਡੀ ਕੰਬੋਜ ਜਿਹੜਾ 8 ਸਾਲ ਜਿਹਨੇ 4 ਕਿੱਲੇ ਆਪਣੀ ਜ਼ਮੀਨ ਵੇਚੀ, ਲੋਕਾਂ ਦੀ ਸੇਵਾ ਕੀਤੀ, ਉਹਨੂੰ ਦੁੱਧ ਦੇ ਵਿੱਚੋਂ ਮੱਖੀ ਵਾਂਗੂ ਕੱਢ ਕੇ ਇਹਨਾਂ ਨੇ ਬਾਹਰ ਮਾਰਿਆ ਤੇ ਇੱਕ ਅਰਬਪਤੀ ਨੂੰ ਟਿਕਟ ਦੇਤੀ। ਇਹ ਤਾਂ ਇਹਨਾਂ ਦੀ ਪਾਰਟੀ ਦੀ ਨੀਤੀ ਹੈ। ਉਹ ਬਾਈ ਜੀ ਇਹ ਕੀ ਗੱਲ ਆ? ਆਮ ਆਦਮੀ ਪਾਰਟੀ ਤਾਂ ਕਹਿੰਦੇ ਕਿ ਵਧੀਆ ਆਮ ਲੋਕਾਂ ਦੀ, ਆਮ ਜਿਹੜੀ ਜ਼ਮੀਨੀ ਪੱਧਰ ਚੱਕਦੇ ਆ, ਜਿਵੇਂ ਤੂੰ ਆਪਣੇ ਚੱਕਿਆ ਸੰਗਰੂਰ ਤੋਂ, ਇਹ ਕਹਿੰਦੇ ਕਰੋੜਾਂ ਰੁਪਏ ਖਾ ਗਏ। ਦੇਖੋ ਮੇਰੀ ਗੱਲ ਸੁਣੋ, ਕਿਸ ਦੀ ਜੱਦੀ ਜਾਇਦਾਦ ਹੋਵੇ, ਮਾਤਾ ਪਿਤਾ ਪੀੜੀ ਦਰ ਪੀੜੀ ਕੋਈ ਪ੍ਰਾਪਰਟੀ ਆਵੇ, ਜਦੋਂ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਉਹਦਾ ਵੇਰਵਾ ਦੇਣਾ ਪੈਂਦਾ, ਤੁਹਾਡੇ ਕੋਲ ਪ੍ਰਾਪਰਟੀ ਕਿਹੜੀ ਹੈ। ਠੀਕ ਹੈ ਜੀ, ਉਸ ਜਿਹੜੇ ਐਸੈਟਸ ਹੁੰਦੇ ਨੇ, ਐਸੈਟ ਡਿਕਲੇਅਰ ਕਰਨੇ ਪੈਂਦੇ ਨੇ। ਜੇ ਉਹਦੇ ਕੋਲ ਐਸੈਟਸ ਪਏ ਨੇ, ਕਰੋੜਾਂ ਦੇ ਐਸੈਟ ਹੋ ਸਕਦੇ, ਅਰਬਾਂ ਦੇ ਵੀ ਹੋ ਸਕਦੇ। ਇਹ ਨਹੀਂ ਮੈਂ ਕਹਿੰਦਾ ਹੈਗਾ ਕਿ ਉਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇੱਕ ਵਿਚਾਰਧਾਰਾ ਵਾ, ਸੱਚੀ ਵਿਚਾਰਧਾਰਾ, ਜਿਸ ਦੇ ਵਿੱਚ ਅਸੀਂ ਆਮ ਪਬਲਿਕ ਨੂੰ ਜਿਹੜੀਆਂ ਬੇਸਿਕ ਅਮੈਨਿਟੀਜ਼ ਨੇ, ਦੇਖੋ ਦਿੱਲੀ ਦੇ ਵਿੱਚ ਬੇਸਿਕ ਅਮੈਨਿਟੀਜ਼ ਅਸੀਂ ਪ੍ਰੋਵਾਈਡ ਕੀਤੀਆਂ। ਅਸੀਂ ਬੈਟਰ ਹਸਪੀਟਲ ਦਿੱਤੇ, ਬੈਟਰ ਐਜੂਕੇਸ਼ਨ ਦਿੱਤੀ, ਸਮਾਰਟ ਸਕੂਲ ਬਣਾਏ। ਅੱਜ ਸਾਡਾ ਮੈਨੀਫੈਸਟੋ ਇਹ ਤਿੰਨੋਂ ਪਾਰਟੀਆਂ ਚਲਾ ਰਹੀਆਂ। ਜਿਹਨੂੰ ਮਰਜ਼ੀ ਪੁੱਛ ਲਓ, ਉਹ ਕਹਿੰਦਾ ਜੀ ਸਕੂਲ ਬਣਾਵਾਂਗੇ, ਹਸਪੀਟਲ ਬਣਾਵਾਂਗੇ। ਤੁਹਾਨੂੰ ਪਹਿਲਾਂ ਹਸਪੀਟਲ ਯਾਦ ਨਹੀਂ ਆਏ?
ਤੁਹਾਨੂੰ ਇੱਥੇ ਕਿਲਾ ਮਹੱਲੇ 'ਚ 25 ਜਿਹੜੇ ਬੱਚੇ ਮਰ ਗਏ ਚਿੱਟਾ ਪੀ ਕੇ ਉਦੋਂ ਜਾ ਨਹੀਂ ਆਏ। ਇਹ ਪਾਰਟੀ ਅਕਾਲੀ ਦਲ ਚਿੱਟਾ ਪ੍ਰਮੋਟ ਕੀਤਾ ਇਹਨਾਂ ਨੇ। ਬੀਜੇਪੀ ਨੇ 750 ਕਿਸਾਨ ਮਰਵਾਇਆ। ਇਹ ਬੇਗੁਨਾਹ, ਇਸ ਕਰਕੇ ਇਹਨਾਂ ਦਾ ਕੋਈ ਹੱਕ ਨਹੀਂ ਹੈ। ਅਸੀਂ ਸਾਡੀ ਪਾਰਟੀ ਨੇ ਉਸ ਬਾਰਡਰ ਦੇ ਉੱਪਰ ਬੇਸਿਕ ਕਮਿਊਨਿਟੀ ਟਾਇਲਟਸ, ਪਾਣੀ, ਲੰਗਰ ਕਹਿੰਦੇ ਕਿ ਸਬੂਤ ਕੀ ਆ, ਕਿੱਥੇ ਗੋਲੀਆਂ ਚਲਾਈਆਂ? ਸਾਡੇ ਸਾਰੀ ਦੁਨੀਆ ਨੂੰ ਪਤਾ, ਜੱਗ ਜ਼ਾਹਰ ਹੈ। ਜਦੋਂ 750 ਕਿਸਾਨ ਮਰ ਗਿਆ, ਸਵੇਰੇ ਉੱਠ ਕੇ ਤੁਸੀਂ ਆ ਕੇ ਬਿੱਲ ਵਾਪਸ ਲੈ ਲਏ। ਪਹਿਲਾਂ ਬਿੱਲ ਵਾਪਸ ਲੈ ਦਿਓ। ਭਾਈ ਸਾਹਿਬ ਗੱਲ ਸੁਣੋ ਜੀ, ਬੋਲੋ। ਇੱਕ ਸਾਲ ਸਾਡੇ ਮੇਰੇ ਕਿਸਾਨ ਵੀਰ ਉੱਥੇ ਬੈਠੇ ਰਹੇ। ਜਿਹੜੇ ਹੁੜਗੰਦ ਮਚਾਉਂਦੇ ਸੀ ਨਾ, ਉਹ ਕਾਂਗਰਸ ਦੇ ਔਰ ਆਮ ਆਦਮੀ ਪਾਰਟੀ ਦੇ ਬੰਦੇ ਸੀ ਉੱਥੇ, ਵਿਰੋਧੀ ਧਿਰ ਦੇ। ਇੱਕ ਵੀ ਜੇ ਮੋਦੀ ਸਾਹਿਬ ਚਾਹੁੰਦੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਇੱਕ ਵੀ ਕਿਸਾਨ ਤੇ ਕੋਈ ਗੋਲੀ ਚਲਾਈ ਹੋਵੇ, ਕੋਈ ਲਾਠੀ ਚਲਾਈ ਹੋਵੇ, ਜਿਹੜੇ ਉੱਥੇ 750 ਕਿਸਾਨ ਸ਼ਹੀਦ ਹੋਇਆ, ਉਹ ਕੋਈ ਨਾ ਕੋਈ, ਕਿਸੇ ਨੂੰ ਕੋਈ ਬਿਮਾਰੀ ਸੀ, ਕਿਸੇ ਨੂੰ ਕੋਈ ਕਿਸੇ ਡਿਸੀਜ਼ ਤੋਂ ਪੀੜਿਤ ਸੀਗਾ, ਤਦ ਕਰਕੇ ਉਹਨਾਂ ਦੀ ਬਿਮਾਰੀ ਇਸ ਕਰਕੇ ਮਰ ਗਏ ਨੇ। ਤੇ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ, ਪੰਜਾਬ ਦੇ ਵਿੱਚ ਆਪਣਾ 20 ਤਰੀਕ ਨੂੰ ਫਰਵਰੀ ਨੂੰ ਵੋਟਾਂ ਹੈ ਤੇ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਨਾ ਕੇਂਦਰ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੈ, ਨਾ ਆਮ ਆਦਮੀ ਦੀ ਹੈ, ਨਾ ਕਾਂਗਰਸ ਦੀ। ਅਸੀਂ ਡਬਲ ਇੰਜਨ ਦੀ ਆਪਣਾ ਪੰਜਾਬ ਦੇ ਵਿੱਚ ਸਰਕਾਰ ਲਿਆਈ ਹੈ, ਕਿਉਂਕਿ ਪੰਜਾਬ ਦੀ ਬਦਕਿਸਮਤੀ ਰਹੀ ਹੈ। ਜਦੋਂ ਪੰਜਾਬ ਦੇ ਵਿੱਚ ਆਪਣਾ ਬੀਜੇਪੀ ਦੀ ਸਰਕਾਰ ਆਈ ਹੈ ਤੇ ਸੈਂਟਰ ਵਿੱਚ ਕਾਂਗਰਸ ਹੈ, ਤੇ ਕਾਂਗਰਸ ਦੀ ਸਰਕਾਰ ਆਈ, ਸੈਂਟਰ ਵਿੱਚ ਬੀਜੇਪੀ ਹੈ। ਹੁਣ ਬੀਜੇਪੀ ਦੀ ਸਰਕਾਰ ਹੈ ਤੇ ਆਉਣ ਵਾਲੇ 20 ਸਾਲ ਵੀ ਮੋਦੀ ਜੀ ਹੀ ਪ੍ਰਧਾਨ ਮੰਤਰੀ ਰਹਿਣਗੇ ਤੇ ਇੱਥੇ ਆਪਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਈਏ ਤਾਂ ਕਿ ਸਾਡਾ ਪੰਜਾਬ ਡਿਵੈਲਪ ਹੋ ਸਕੇ ਔਰ ਕਰਜ਼ਾ ਮੁਕਤ ਹੋ ਸਕੇ। ਸਮਾਂ ਇਜਾਜ਼ਤ ਇੰਨਾ ਹੀ ਦਿੰਦਾ। ਅਖੀਰਲਾ ਸਵਾਲ ਹਰੇਕ ਪਾਰਟੀ ਤੋਂ ਲੈ ਲੈਣਾ ਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਿੰਦਾ ਹੈ ਕਿ ਇਸ ਵੇਲੇ ਜੋ ਸਰਵੇ ਚੱਲਦੇ ਪਏ ਆ ਸੀ ਵੋਟਿੰਗ ਦੇ ਵਿੱਚ, ਉਸ ਵਿੱਚ ਦੇਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ, ਕਾਂਗਰਸ ਤੇ ਫਿਰ ਹੋਰ ਪਾਰਟੀਆਂ ਤੇ ਬੀਜੇਪੀ ਪਾਰਟੀ ਚੱਲਦੀ ਪਈ ਆ। ਲਾਸਟ ਸਵਾਲ ਪਹਿਲਾਂ ਅਕਾਲੀ ਦਲ ਤੋਂ, ਕੀ ਤੁਹਾਡਾ ਹੈਗਾ ਆਮ ਲੋਕਾਂ ਨੂੰ ਅਪੀਲ ਕੀ ਆ ਜੋ ਵੋਟਾਂ ਪੈਣੀਆਂ? ਦੇਖੋ ਜੀ, ਅਸੀਂ ਆਮ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਧਰਮ ਦੀ ਰਾਜਨੀਤੀ ਤੋਂ ਬਚੋ। ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਈ ਹੈ ਉਦੋਂ ਹੀ ਸਾਡੇ ਪਵਿੱਤਰ ਗ੍ਰੰਥਾਂ ਦੀ ਤੁਸੀਂ ਬੇਦਬੀ ਸ਼ੁਰੂ ਹੋਈ ਹੈ। ਇਹਨਾਂ ਦਾ ਆਪਦਾ ਦਿੱਲੀ ਦਾ ਐਮਐਲਏ ਕੁਰਾਨੇ ਪਾਕ ਦੇ ਕੇਸ ਦੇ ਵਿੱਚ ਉਹਨੂੰ ਕੱਲ ਕੋਰਟ ਨੇ ਸੰਮਨ ਜਾਰੀ ਕਰਕੇ ਉਹਨੂੰ ਕਿਹਾ ਵੀ ਦੋਸ਼ ਕਰਾਰ ਦਿੱਤੇ ਨੇ। ਜਿਹੜੀ ਇਹ ਬੇਦਬੀ ਦੀ ਗੱਲ ਕਰਦੇ ਆ, ਦੇਖੋ ਜੇ ਅਸੀਂ ਧਰਮ ਨਿਰਪੱਖ ਸੀ ਤਾਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਵਾਈ ਵੀ ਜਿਨ੍ਹਾਂ ਨੇ ਇਹ ਬੇਦਬੀਆਂ ਕੀਤੀਆਂ ਉਹਨਾਂ ਦਾ ਕੱਖ ਨਾ ਰਵੇ। ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹੋ ਕਰੋ ਅਰਦਾਸ ਵੀ ਜੇ ਇਹਨਾਂ ਨੇ ਬੇਦਬੀਆਂ ਨਹੀਂ ਕਰਵਾਈਆਂ, ਜੇ ਨਸ਼ੇ ਤੇ ਰਾਜਨੀਤੀ ਨਹੀਂ ਕੀਤੀ, ਜੇ ਇਹ ਸੱਚੇ ਨੇ, ਜੇ ਝੂਠੇ ਹੋਣ, ਜਿਨ੍ਹਾਂ ਗਲਤ ਰਾਜਨੀਤੀ ਕੀਤੀ ਉਹਦਾ ਬੇੜਾ ਗਰਕ ਹੋਵੇ। ਜੇ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸੌ ਖਾਦੀ ਤੇ ਅੱਜ ਕਿੱਥੇ ਖੜਾ ਹੈ? ਜੇ ਨਵਜੋਤ ਸਿੱਧੂ ਨੇ ਗਲਤ ਰਾਜਨੀਤੀ ਕੀਤੀ, ਗਲਤ ਇਲਜ਼ਾਮ ਲਾਏ ਤੇ ਅੱਜ ਪਾਰਟੀ ਨੇ ਮੱਖੀ ਵਾਂਗੂ ਐ ਦੁੱਧ ਚੋਂ ਮੱਖੀ ਕੱਢ ਕੇ ਬਾਹਰ ਸੁੱਟਤਾ। ਤੇ ਤੁਸੀਂ ਇਹ ਵੀ ਦੇਖ ਲੈਣਾ, ਮੈਂ ਅੱਜ ਤੁਹਾਨੂੰ ਫਤਵਾ ਦੱਸ ਰਿਹਾ ਵੀ ਜਿਹੜੀ ਆਪਣਾ ਅੰਮ੍ਰਿਤਸਰ ਤੋਂ ਸੀਟ ਹੈ ਉਹ ਸਰਦਾਰ ਬਿਕਰਮ ਸਿੰਘ ਮਜੀਠੀਆ ਮੈਜੋਰਟੀ ਨਾਲ ਜਿੱਤਣਗੇ, ਕਿਉਂਕਿ ਉੱਥੇ ਲੋਕਾਂ ਨੇ ਸੱਚੀ ਸੁੱਚੀ ਸਰਕਾਰ ਤੇ ਸੱਚਾ ਵਿਕਾਸ ਦਾ ਜਿਹੜਾ ਹੈ ਅਕਾਲੀ ਦਲ ਦਾ ਦੇਖਿਆ ਹੋਇਆ। ਇਸ ਕਰਕੇ ਅਕਾਲੀ ਦਲ ਪਹਿਲੇ ਨੰਬਰ ਤੇ ਆਏਗੀ ਔਰ ਮੈਜੋਰਟੀ ਨਾਲ ਸਰਕਾਰ ਪੰਜਾਬ 'ਚ। ਅਕਾਲੀ ਦਲ ਕਹਿੰਦੇ ਪਹਿਲੇ ਨੰਬਰ ਤੇ ਆਓਗੇ ਤੇ ਨਾਲ ਦੀ ਨਾਲ ਬੜਾ ਐਲੀਗੇਸ਼ਨ ਲਾਇਆ ਕਿ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਉਦੋਂ ਬੇਅਦਬੀਆਂ ਹੋਈਆਂ। ਮੇਰੀ ਗੱਲ ਸੁਣੋ, ਪੰਜਾਬ ਤਾਂ ਹਜੇ ਆਉਣੀ ਹੈ। ਇਹ ਬੇਆਦਮੀਆਂ ਕਰਕੇ ਇਹਨਾਂ ਦੀ ਸਰਕਾਰ ਗਈ ਸੀ। ਇਹਨਾਂ ਨੂੰ ਪੁੱਛੋ, ਮੇਰਾ ਵੀਰ ਸ਼ਾਇਦ ਨਹਾ ਕੇ ਨਹੀਂ ਆਏ, ਸ਼ਾਇਦ ਮੇਰੇ ਖਿਆਲ ਜਾਂ ਰਾਤ ਸੁੱਤੇ ਨਹੀਂ ਜਾਂ ਯਾਦਾਸ਼ਤ ਘੱਟ ਇਹਨਾਂ ਦੀ। ਇਹਨਾਂ ਦੀ ਪਾਰਟੀ ਦੀ ਸਰਕਾਰ ਗਈ ਬੇਆਦਮੀਆਂ ਕਰਕੇ ਸੀ। ਤੁਸੀਂ ਦੇਖੋ, ਇਹਨਾਂ ਨੇ ਉੱਥੇ ਨਿਹੱਥੇ ਲੋਕਾਂ ਦੇ ਗੋਲੀਆਂ ਚਲਾਈਆਂ। ਉਹ ਉਹਨਾਂ ਦੇ ਜਿਹੜੇ ਰਾਜਨੀਤੀ ਦੇ ਬੰਦੇ, ਇਹਨਾਂ ਦੀ ਪਾਰਟੀ ਲੀਡਰ, ਉਹਨਾਂ ਖਿਲਾਫ ਮੁਕੱਦਮੇ ਭੁਗਤ ਰਹੇ ਨੇ, ਅੰਦਰ ਵੀ ਗਏ ਨੇ। ਇਹ ਪੁਲਿਸ ਦੇ ਨਾਲ ਰਲ ਕੇ ਇਹਨਾਂ ਨੇ ਉਹਨਾਂ ਦਾ ਤਸ਼ੱਦਦ ਕੀਤਾ ਜੀ। ਬਾਕੀ ਜਿਹੜੀ ਸਾਡੀ ਮੈਂ ਆਮ ਲੋਕਾਂ ਨੂੰ, ਮੇਰੇ ਪਿਆਰੇ ਭੋਲੇ ਭਾਲੇ ਲੋਕਾਂ ਨੂੰ ਅਪੀਲ ਕਰਦਾ, ਇਹ ਦੋਸਤੋ, ਮੇਰੇ ਭਰਾਵੋ, ਮੇਰੇ ਵੱਡੇ ਵੀਰੋ, ਸਤਿਕਾਰਯੋਗ ਬਜ਼ੁਰਗੋ, ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮੈਂਡੇਟ ਦਿਓ। 20 ਫਰਵਰੀ ਨੂੰ ਤੁਸੀਂ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾਓ ਤਾਂ ਕਿ ਅਸੀਂ ਪਵਿੱਤਰ ਤੇ ਵਧੀਆ ਸਰਕਾਰ ਦੇ ਸਕੇ, ਲੋਕਾਂ ਦੀ ਸੇਵਾ ਕਰ ਸਕੇ। ਦੇਖੋ ਜੀ, ਪਵਿੱਤਰਤਾ ਦੀ ਗੱਲ ਤਾਂ ਤੁਹਾਡੇ ਕੋਲ ਆ ਗਿਆ ਮੈਂ ਇੱਕ ਲਾਸਟ, ਕਹਿੰਦੇ ਹਲਕਾ ਸੈਂਟਰ ਦੇ ਵੀ ਜਿਹੜੇ ਬੁਲਾ ਰਹੇ ਇਹਨਾਂ ਕੋਲ ਬੜੇ ਜਵਾਬ ਆ ਪਰ ਸਮਾਂ ਇਜਾਜ਼ਤ ਦਿੰਦਾ ਨਹੀਂ ਪਿਆ। ਇੱਕ ਲਾਸਟ ਅਪੀਲ, ਕੀ ਅਪੀਲ ਆ ਬੀਜੇਪੀ ਦੇ ਵੱਲੋਂ ਲੋਕਾਂ ਨੂੰ? ਮੇਰੀ ਅਪੀਲ ਤਾਂ ਤੁਸੀਂ ਦੇਖ ਸਕਦੇ ਹੋ, ਇੱਥੇ ਹਲਕਾ ਸੈਂਟਰਲ ਦੇ ਵਿੱਚ ਤਕਰੀਬਨ 1,75,000 ਵੋਟਰ ਰਹਿੰਦੇ ਆ ਤੇ ਇੱਥੇ ਕਾਂਗਰਸ ਦਾ ਕੋਈ ਬੁਲਾਰਾ ਨਹੀਂ ਆਇਆ, ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਕੋਲ ਅਸੀਂ ਜਨਤਾ ਨੂੰ ਜਵਾਬ ਕੀ ਦੇਵਾਂਗੇ। ਅਸੀਂ 20 ਤਰੀਕ ਨੂੰ ਵੋਟਾਂ ਲੈਣੀਆਂ, ਘਰ ਘਰ ਕੁੰਡਾ ਖੜਕਾ ਕੇ ਕਿਸ ਗੱਲ ਨਾਲ ਅਸੀਂ ਵੋਟਾਂ ਮੰਗਾਂਗੇ ਕਿ ਅਸੀਂ ਤੁਹਾਡੇ ਲਈ ਕੀਤਾ। ਉਹੀ 2002 ਤੋਂ ਲੈ ਕੇ 2022 ਚੜ ਗਿਆ, ਉਹੀ ਨਾਲੇ ਢੱਕਣ ਦੇ ਮੁੱਦੇ ਚੱਲੀ ਰਹੇ। ਇਹਨਾਂ ਕੋਲ ਕੋਈ ਗੱਲ ਨਹੀਂ। ਮੈਨੂੰ ਇਸ ਗੱਲ ਦਾ ਜਵਾਬ ਦਿਓ, ਕਾਂਗਰਸ ਦਾ ਬੰਦਾ ਇੱਥੇ ਆਇਆ ਕਿਉਂ ਨਹੀਂ? ਆਪਾਂ ਪਰਸੋਂ ਵੀ ਡਿਬੇਟ ਤੇ ਭਾਈ ਸਾਹਿਬ ਇੱਥੇ ਇਕੱਠੇ ਹੋਏ ਸੀ, ਕੱਲ ਵੀ ਆਏ, ਅੱਜ ਵੀ ਆਏ। 3 ਦਿਨਾਂ 'ਚ ਉਹਨਾਂ ਕੋਲ ਇੱਕ ਬੰਦਾ ਨਹੀਂ ਲੱਭਿਆ। ਇਹ ਗੱਲਾਂ ਕਰਦੇ ਆ ਆਪਾਂ ਸਰਕਾਰ ਬਣਾਉਣ ਦੀ ਦੁਬਾਰਾ। ਕੁਝ ਹੀ ਸਮਾਂ ਬਚਿਆ ਏ ਵੋਟਾਂ ਦੇ ਵਿੱਚ। ਪੰਜਾਬ ਦੇ ਵਿੱਚ ਸਿਖਰਾਂ ਤੇ ਇਸ ਵਾਰ ਵਿਧਾਨ ਸਭਾ ਚੋਣਾਂ ਦਾ ਬੁਖਾਰ। ਕਾਰਨ ਇੱਕ ਨਹੀਂ, ਕਾਰਨ ਇਸ ਵਾਰ ਕਈ ਬਣੇ ਹੋਏ ਆ। ਸਭ ਤੋਂ ਪਹਿਲਾਂ ਤਾਂ ਕਈ ਪਾਰਟੀਆਂ ਆ ਗਈਆਂ, ਉਸ ਤੋਂ ਬਾਅਦ ਜਿਸ ਤਰ੍ਹਾਂ ਇਸ ਵਾਰ ਸੀਐਮ ਉਮੀਦਵਾਰ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਗਏ, ਵੱਡੇ ਹਾਈਪ ਕ੍ਰੀਏਟ ਕੀਤੀ ਗਈ, ਉਸ ਤੋਂ ਬਾਅਦ ਅਨਾਉਂਸ ਕੀਤਾ ਗਿਆ ਤੇ ਸਭ ਦੇ ਵਿੱਚ ਪੰਜਾਬ ਦੀ ਜਨਤਾ ਕਿਸ ਦੇ ਹੱਕ ਵਿੱਚ ਵੋਟ ਪਾਵੇਗੀ, ਇਸ ਤੇ ਨਜ਼ਰ ਬਣੀ ਰਹੇਗੀ। ਕੈਮਰਾਮੈਨ ਹਰਜੀਤ ਅਤੇ ਕਸ਼ਮੀਰ ਸਿੰਘ ਦੇ ਨਾਲ ਮੈਂ ਨਰਿੰਦਰ ਕਲੇਰ,
SMZ ਨਿਊਜ਼।